ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਜਿਵੇਂ ਕਿ ਬੇਟੇ ਆਪਾਂ ਇੱਥੇ ਚਾਈਲਡ ਕੇਅਰ ਵਾਸਤੇ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਅੱਜ ਉਹਦੇ ਵਿੱਚ ਮੈਂ ਨੈਕਸਟ ਪਾਰਟ ਲੈ ਕੇ ਆਇਆ ਤੁਹਾਡੇ ਵਾਸਤੇ, ਜਿਹੜਾ ਕਿ ਕਾਫੀ ਮਹੱਤਵਪੂਰਨ ਰੋਲ ਪਲੇ ਕਰੇਗਾ ਤੁਹਾਡੇ ਆਉਣ ਵਾਲੇ ਪੇਪਰ ਵਾਸਤੇ। ਤਾਂ ਉਹ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਬੇਟੇ, ਵੈਕਸੀਨੇਸ਼ਨ ਪੜ੍ਹਨਾ ਹੈ। ਠੀਕ ਹੈ। ਹੁਣ ਤੱਕ ਤੁਸੀਂ ਡਾਇਰੈਕਟ ਪੜ੍ਹਦੇ ਆਏ ਹੋਵੋਗੇ ਵੀ ਕਿਹੜਾ ਬੱਚੇ ਨੂੰ ਟੀਕਾ ਲੱਗਦਾ ਹੈ, 5 ਸਾਲ ਦੇ ਬੱਚੇ ਨੂੰ ਟੀਕਾ ਕਿਹੜਾ ਲੱਗਦਾ ਹੈ ਜਾਂ 6 ਸਾਲ ਦੇ ਬੱਚੇ ਨੂੰ ਟੀਕਾ ਕਿਹੜਾ ਲੱਗਦਾ ਹੈ। ਇਦਾਂ ਦੇ ਕੁਐਸਚਨ ਬਹੁਤ ਸਿੰਪਲ ਹੁੰਦੇ ਆ, ਅਕਸਰ ਇਹ ਐਗਜ਼ਾਮ ਦੇ ਵਿੱਚ ਘੱਟ ਆਉਂਦੇ ਆ। ਟੈਕਨੀਕਲ ਟਰਮਸ ਤੋਂ ਕੁਐਸਚਨ ਬਹੁਤ ਪੁੱਛੇ ਜਾਂਦੇ ਆ ਰਾਜੇ। ਟੈਕਨੀਕਲ ਟਰਮ ਆਪਾਂ ਸਾਰੀਆਂ ਕੰਪਲੀਟ ਕਰਨੀਆਂ ਇਹਦੇ ਵਿੱਚ। ਵੈਕਸੀਨੇਸ਼ਨ ਐਕਚੁਅਲ ਚ ਹੁੰਦਾ ਕੀ ਹੈ, ਕਿਹਨੇ ਇਹਨਾਂ ਨੂੰ ਇਨਵੈਂਟ ਕੀਤਾ ਸੀਗਾ ਫਸਟ ਟਾਈਮ, ਜਾਂ ਫਿਰ ਕਿੰਨੇ ਤਰ੍ਹਾਂ ਦੇ ਵੈਕਸੀਨੇਸ਼ਨ ਹੁੰਦੇ ਆ, ਇਹ ਆਪਾਂ ਅੱਜ ਦੀ ਵੀਡੀਓ ਚ ਕਵਰ ਕਰਾਂਗੇ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਬੇਟੇ ਮੇਰੀ ਇੱਕ ਹੰਬਲ ਰਿਕੁਐਸਟ ਹੁੰਦੀ ਹੈ ਤੁਹਾਨੂੰ ਕਿ ਤੁਸੀਂ ਪਲੀਜ਼, ਕਿਉਂਕਿ ਹਰ ਇੱਕ ਵੀਡੀਓ ਪਿੱਛੇ ਬਹੁਤ ਸਾਰੀ ਮਿਹਨਤ ਹੁੰਦੀ ਹੈ, ਬਹੁਤ ਮਤਲਬ 3-4 ਘੰਟੇ ਦੀ ਮਿਹਨਤ ਹੁੰਦੀ ਹੈ। ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਬੱਚੇ ਨਵੇਂ ਨੇ ਚੈਨਲ ਤੇ। ਤਾਂ ਸਟਾਰਟ ਕਰਦੇ ਹਾਂ ਰਾਜੇ, ਆਪਾਂ ਅੱਜ ਵੈਕਸੀਨੇਸ਼ਨ ਦੇ ਬਾਰੇ ਪੜ੍ਹਦੇ ਹਾਂ। ਸਟਾਰਟਿੰਗ ਵਿੱਚ ਆਪਾਂ ਪੜ੍ਹਦੇ ਹਾਂ, ਇਹਦੀ ਡੈਫੀਨੇਸ਼ਨ ਪੜ੍ਹਦੇ ਹਾਂ। ਠੀਕ ਹੈ। ਵੈਕਸੀਨੇਸ਼ਨ ਜਿਹਨੂੰ ਆਪਾਂ ਟੀਕਾਕਰਨ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ। ਹੁਣ ਅਗਰ ਮੈਂ ਇਹਦੀ ਡੈਫੀਨੇਸ਼ਨ ਵੱਲ ਜਾਊਂਗਾ ਰਾਜੇ, ਇਹਦੀਆਂ 3-4 ਮੈਂ ਤੁਹਾਨੂੰ ਡੈਫੀਨੇਸ਼ਨ ਕਰਵਾਊਂਗਾ, ਜਿਹੜੀ ਤੁਹਾਨੂੰ ਸਮਝ ਆ ਜਾਊਗੀ, ਤੁਸੀਂ ਉਹਨੂੰ ਕੀ ਕਰ ਲਿਓ, ਆਪਣੇ ਦਿਮਾਗ 'ਚ ਬਿਠਾ ਲਿਓ। ਪਹਿਲਾ ਕੀ ਕਹਿ ਰਿਹਾ, ਕਹਿੰਦਾ ਜੀ ਵੈਕਸੀਨੇਸ਼ਨ ਇਜ਼ ਦਾ ਐਡਮਿਨਿਸਟ੍ਰੇਸ਼ਨ ਆਫ ਅ ਵੈਕਸੀਨ ਟੂ ਹੈਲਪ ਦਾ ਇਮਿਊਨ ਸਿਸਟਮ ਡਿਵੈਲਪ ਇਮਿਊਨਿਟੀ ਫਰੋਮ ਅ ਡਿਸੀਜ਼। ਕਹਿਣ ਦਾ ਮਤਲਬ ਬੇਸਿਕਲੀ ਰਾਜੇ, ਜਿਹੜਾ ਇਮਿਊਨ ਹੁੰਦਾ, ਇਮਿਊਨ ਦਾ ਮਤਲਬ ਹੁੰਦਾ, ਠੀਕ ਹੈ ਜੀ, ਇਮਿਊਨ ਦਾ ਮਤਲਬ ਹੁੰਦਾ ਕਿ ਬਿਮਾਰੀ ਤੋਂ ਰੋਕਥਾਮ। ਠੀਕ ਹੈ। ਬਿਮਾਰੀ ਤੋਂ ਰੋਕਥਾਮ ਦਾ ਮਤਲਬ ਕਿ ਉਸ ਬਿਮਾਰੀ ਤੋਂ ਬਚਾਉਣਾ। ਤੇ ਇਮਿਊਨਾਈਜੇਸ਼ਨ ਦਾ ਮਤਲਬ ਹੁੰਦਾ ਟੀਕਾਕਰਨ। ਉਹ ਵੀ ਜਿਵੇਂ ਆਪਾਂ ਵੈਕਸੀਨੇਸ਼ਨ ਕਹਿ ਦਿੰਦੇ ਆ, ਉਵੇਂ ਇਮਿਊਨਾਈਜੇਸ਼ਨ ਕਹਿ ਦਿੰਦੇ ਆ ਆਪਾਂ। ਇਮਿਊਨਾਈਜੇਸ਼ਨ ਦਾ ਮਤਲਬ ਵੀ ਕੀ ਹੁੰਦਾ, ਇੱਕ ਟੀਕਾਕਰਨ ਹੁੰਦਾ ਹੈ। ਤਾਂ ਕਹਿਣ ਦਾ ਮਤਲਬ ਕਹਿੰਦਾ ਜਿਹੜਾ ਟੀਕਾਕਰਨ ਹੁੰਦਾ ਰਾਜੇ, ਉਹ ਆਪਣੇ ਇਮਿਊਨ ਸਿਸਟਮ ਨੂੰ ਕੀ ਕਰਦਾ ਰਾਜੇ, ਬਿਮਾਰੀ ਤੋਂ ਪ੍ਰਤੀਰੋਧਕ ਸ਼ਕਤੀ ਪ੍ਰਦਾਨ ਕਰਦਾ ਹੈ ਕਿ ਜਿਹੜਾ ਆਪਣਾ ਸਰੀਰ ਹੈਗਾ ਉਸ ਬਿਮਾਰੀ ਨਾਲ ਕੀ ਕਰ ਸਕੇ, ਲੜ ਸਕੇ। ਠੀਕ ਹੈ। ਜੇ ਉਹ ਆਪਣੇ ਅੰਦਰ ਜਿਹੜੇ ਸੈੱਲ ਹੁੰਦੇ ਨੇ ਰਾਜੇ, ਉਹ ਬਿਮਾਰੀ ਨਾਲ ਕੀ ਕਰਦੇ ਨੇ, ਲੜਦੇ ਨੇ, ਤਾਂ ਉਹਨੂੰ ਸ਼ਕਤੀ ਪ੍ਰਦਾਨ ਕਰਦਾ, ਜਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਇਮਿਊਨ ਸਿਸਟਮ ਨੂੰ ਕੀ ਕਰਦਾ, ਸਟਰੋਂਗ ਕਰਦਾ ਹੈ। ਠੀਕ ਹੈ। ਇਹਨੂੰ ਆਪਾਂ ਕੀ ਕਵਾਂਗੇ ਰਾਜੇ, ਆਪਾਂ ਇਹਨੂੰ ਕਵਾਂਗੇ ਟੀਕਾਕਰਨ ਕਵਾਂਗੇ। ਠੀਕ ਹੈ। ਬਿਲਕੁਲ ਸਿੰਪਲ ਜੀ, ਮੈਂ ਤੁਹਾਨੂੰ ਡੈਫੀਨੇਸ਼ਨ ਦੱਸੀ ਹੈ। ਨੈਕਸਟ ਅਗਰ ਆਪਾਂ ਦੇਖੀਏ ਇਹਦੇ ਵਿੱਚ ਹੋਰ ਪੜ੍ਹਨਾ, ਅਗਰ ਥੋੜਾ ਜਿਹਾ ਹੋਰ ਤੁਸੀਂ ਇਹਨੂੰ ਅਗਲੇ ਲੈਵਲ ਤੇ ਲੈ ਕੇ ਜਾਣਾ, ਤਾਂ ਕੀ ਕਹਿ ਰਿਹਾ ਰਾਜੇ, ਕਹਿ ਰਿਹਾ ਕਿ ਇਹ ਵੈਕਸੀਨ ਇਜ਼ ਅ ਟਾਈਪ ਆਫ ਮੈਡੀਸਨ that train the body's immune system। ਬੇਸਿਕਲੀ ਵੈਕਸੀਨ ਕਰਦਾ ਕੀ ਹੈ ਰਾਜੇ, ਜਿਹੜੀ ਆਪਣੀ ਬੋਡੀ ਦੇ ਅੰਦਰ ਜਿਹੜਾ ਇਮਿਊਨ ਸਿਸਟਮ ਹੈ, ਬਿਮਾਰੀ ਨਾਲ ਲੜਨ ਦੀ ਜਿਹੜੀ ਸ਼ਕਤੀ ਹੁੰਦੀ ਹੈ, ਉਹਨੂੰ ਟ੍ਰੇਨ ਕਰਦਾ ਹੈ। ਟ੍ਰੇਨ ਦਾ ਮਤਲਬ ਉਹਨੂੰ ਸਟਰੋਂਗ ਕਰਦਾ ਹੈ, ਉਹਨੂੰ ਦੱਸਦਾ ਵੀ ਤੁਸੀਂ ਬਿਮਾਰੀ ਨਾਲ ਕਿਵੇਂ ਲੜਨਾ ਹੈ। ਕਹਿੰਦਾ ਇਮਿਊਨ ਸਿਸਟਮ ਸੋ ਦੈਟ ਇਟ ਕੈਨ ਫਾਈਟ ਏ ਡਿਸੀਜ਼ ਇਟ ਹੈਜ਼ ਨਾਟ ਕਮ ਇਨਟੂ ਕੰਟੈਕਟ ਵਿਦ ਬਿਫੋਰ। ਹੁਣ ਕੋਈ ਚੀਜ਼ ਪਹਿਲੀ ਵਾਰੀ ਆਈ, ਹੁਣ ਮੰਨ ਲਓ ਤੁਸੀਂ ਕੋਈ ਸਬਜੈਕਟ ਪੜ੍ਹ ਰਹੇ ਹੋ ਪਹਿਲੀ ਵਾਰੀ, ਤਾਂ ਪਹਿਲੀ ਵਾਰ ਸਬਜੈਕਟ ਪੜ੍ਹਨ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ, ਕਿਸੇ ਗੁਰੂ ਦਾ ਸਹਾਰਾ ਲੈਣਾ ਪਊਗਾ, ਕਿਸੇ ਚੈਨਲ ਦਾ ਸਹਾਰਾ ਲੈਣਾ ਪਊਗਾ, ਕਿਸੇ ਬੁੱਕ ਦਾ ਸਹਾਰਾ ਲੈਣਾ ਪਊਗਾ। ਹੁਣ ਬੋਡੀ ਦੇ ਵਿੱਚ ਕੋਈ ਬਿਮਾਰੀ ਪਹਿਲੀ ਵਾਰੀ ਆ ਰਹੀ ਹੈ, ਤਾਂ ਜਿਹੜਾ ਆਪਣਾ ਬੋਡੀ ਦਾ ਇਮਿਊਨ ਸਿਸਟਮ ਹੁੰਦਾ ਹੈ, ਉਹਨੂੰ ਉਹ ਸਮਝ ਨਹੀਂ ਆਉਂਦਾ ਕਿ ਮੈਂ ਉਹਦੇ ਨਾਲ ਕਿਵੇਂ ਲੜਨਾ ਹੈ। ਤਾਂ ਉਹਨੂੰ ਲੜਨ ਵਾਸਤੇ ਕੌਣ ਟ੍ਰੇਨ ਕਰੂਗਾ, ਉਹ ਕਰੂਗਾ ਜੀ ਟੀਕਾ, ਆਪਣਾ ਵੈਕਸੀਨੇਸ਼ਨ। ਠੀਕ ਹੈ ਜੀ। ਤਾਂ ਆਹੀ ਚੀਜ਼ ਲਿਖੀ ਹੋਈ ਹੈ, ਕਹਿੰਦਾ ਜੀ ਇਹ ਵੈਕਸੀਨ ਇੱਕ ਕਿਸਮ ਦੀ ਦਵਾਈ ਹੈ ਜੋ ਸਰੀਰ ਦੇ ਇਮਿਊਨ ਸਿਸਟਮ ਨੂੰ ਸਿਖਲਾਈ ਦਿੰਦੀ ਹੈ ਤਾਂ ਜੋ ਉਹ ਉਸ ਬਿਮਾਰੀ ਨਾਲ ਲੜ ਸਕੇ ਜਿਸ ਦੇ ਸੰਪਰਕ ਦੇ ਵਿੱਚ ਉਹ ਪਹਿਲਾਂ ਕਦੇ ਨਹੀਂ ਆਇਆ, ਕਿਉਂਕਿ ਬੋਡੀ ਨੂੰ ਪਤਾ ਹੀ ਨਹੀਂ ਹੁੰਦਾ ਉਹਦੇ ਨਾਲ ਲੜਨਾ ਕਿਵੇਂ ਆ। ਤਾਂ ਕਹਿਣ ਦਾ ਮਤਲਬ ਪ੍ਰੋਪਰਲੀ ਉਹਨੂੰ ਗਾਈਡ ਕੌਣ ਕਰੂਗਾ, ਵੈਕਸੀਨੇਸ਼ਨ ਗਾਈਡ ਕਰੂਗਾ। ਤਾਂ ਇਹ ਵੀ ਤੁਹਾਨੂੰ ਸਮਝ ਆ ਗਿਆ ਹੋਊਗਾ। ਨੈਕਸਟ ਚੱਲਦੇ ਹਾਂ ਆਪਾਂ, ਇਹਦੇ ਵਿੱਚ ਇੱਕ ਚੀਜ਼ ਹੋਰ ਪੜ੍ਹਦੇ ਹਾਂ। ਬੇਸਿਕਲੀ ਕਹਿੰਦਾ ਜਿਹੜੀ ਵੈਕਸੀਨ ਹੁੰਦੀ ਹੈ ਰਾਜੇ, ਆਰ ਡਿਜ਼ਾਈਨ ਟੂ ਪ੍ਰੀਵੈਂਟ ਡਿਸੀਜ਼ ਰਾਦਰ ਦੈਨ ਟ੍ਰੀਟ ਏ ਡਿਸੀਜ਼। ਬੇਸਿਕਲੀ ਜਿਹੜੀ ਵੈਕਸੀਨ ਤਿਆਰ ਹੁੰਦੀ ਹੈ, ਟੀਕਾ ਤਿਆਰ ਹੁੰਦਾ ਰਾਜੇ, ਉਹ ਬਿਮਾਰੀ ਨੂੰ ਰੋਕਣ ਵਾਸਤੇ ਤਿਆਰ ਕੀਤਾ ਜਾਂਦਾ ਹੈ। ਕਹਿਣ ਦਾ ਮਤਲਬ ਮੰਨ ਲਓ ਆਪਾਂ ਨੂੰ ਪਤਾ ਲੱਗ ਗਿਆ ਆਪਣੇ ਸਰੀਰ ਦੇ ਵਿੱਚ ਕੋਈ ਬਿਮਾਰੀ ਹੋ ਗਈ ਆਪਾਂ ਨੂੰ, ਤਾਂ ਟੀਕਾ ਤਾਂ ਲਗਾਇਆ ਜਾਂਦਾ ਕਿ ਬਿਮਾਰੀ ਅੱਗੇ ਫੈਲੇ ਨਾ। ਠੀਕ ਹੈ। ਜ਼ਿਆਦਾ ਮਤਲਬ ਫੋਕਸ ਕਿਹਦੇ ਉੱਪਰ ਕਰਦੇ ਆ ਕਿ ਬਿਮਾਰੀ ਅੱਗੇ ਵਧੇ ਨਾ, ਉਹਨੂੰ ਉੱਥੇ ਰੋਕ ਲਿਆ ਜਾਵੇ। ਠੀਕ ਹੈ। ਨਾ ਕਿ ਉਹ ਬਿਮਾਰੀ ਦਾ ਇਲਾਜ ਕਰੇ। ਬੇਸਿਕਲੀ ਟੀਕਾ ਕਰਦਾ ਕੀ ਹੈ, ਬਿਮਾਰੀ ਦੀ ਰੋਕਥਾਮ ਵਾਸਤੇ ਲਗਾਇਆ ਜਾਂਦਾ ਹੈ। ਤਾਂ ਲਿਖਿਆ ਹੋਇਆ ਕਹਿੰਦਾ ਜੀ ਵੈਕਸੀਨ ਬਿਮਾਰੀ ਨੂੰ ਰੋਕਣ ਲਈ ਤਿਆਰ ਕੀਤੇ ਗਏ ਹਨ, ਨਾ ਕਿ ਇੱਕ ਵਾਰ ਜਦੋਂ ਤੁਸੀਂ ਬਿਮਾਰੀ ਨੂੰ ਫੜ ਲਿਆ ਹੈ ਜਾਂ ਬਿਮਾਰੀ ਨੇ ਤੁਹਾਨੂੰ ਫੜ ਲਿਆ ਹੈ ਤਾਂ ਇਹਦਾ ਇਲਾਜ ਕਰਨ ਦੀ ਬਜਾਏ। ਤਾਂ ਇਹੀ ਚੀਜ਼ ਲਿਖੀ ਹੋਈ ਹੈ, ਕਹਿੰਦਾ ਜੀ ਵੈਕਸੀਨ ਆਰ ਡਿਜ਼ਾਈਨ ਟੂ ਪ੍ਰੀਵੈਂਟ ਡਿਸੀਜ਼ ਰਾਦਰ ਦੈਨ ਟ੍ਰੀਟ ਏ ਡਿਸੀਜ਼ ਵਾਂਸ ਯੂ ਹੈਵ ਕੌਟ ਇਟ। ਤਾਂ ਕਹਿਣ ਦਾ ਮਤਲਬ ਬਿਮਾਰੀ ਨੇ ਤੁਹਾਨੂੰ ਫੜ ਲਿਆ ਜਾਂ ਤੁਸੀਂ ਬਿਮਾਰੀ ਨੂੰ ਫੜ ਲਿਆ, ਗੱਲ ਇੱਕੋ ਹੀ ਹੈ। ਤੁਹਾਡੀ ਬੋਡੀ ਨੂੰ ਬਿਮਾਰੀ ਲੱਗ ਗਈ ਤਾਂ ਉਹਨੂੰ ਰੋਕਣ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ, ਵੈਕਸੀਨੇਸ਼ਨ ਲਗਾਉਣੀ ਪਊਗੀ। ਤਾਂ ਇਹ ਸੀਗੀਆਂ ਜੀ ਗੱਲਾਂ। ਅੱਗੇ ਨੈਕਸਟ ਆਪਾਂ ਦੇਖਦੇ ਹਾਂ ਇਹਦੇ ਵਿੱਚ। ਬੇਸਿਕਲੀ ਕਹਿੰਦਾ ਜੀ ਇਹ ਵੈਕਸੀਨ ਕੈਨ ਕਨਫਰਮ ਐਕਟਿਵ ਇਮਿਊਨਿਟੀ ਅਗੇਂਸਟ ਦ ਸਪੈਸ਼ਲ ਹਾਰਮਫੁਲ ਏਜੰਟ ਬਾਈ ਸਟਿਮੂਲੇਟਿੰਗ ਦਾ ਇਮਿਊਨ ਸਿਸਟਮ ਟੂ ਅਟੈਕ ਦਾ ਏਜੰਟ। ਸਟਿਮੂਲੇਟ ਦਾ ਮਤਲਬ ਹੁੰਦਾ ਉਹਨੂੰ ਉਤੇਜਿਤ ਕਰਨਾ। ਕਹਿਣ ਦਾ ਮਤਲਬ ਜਿਹੜਾ ਟੀਕਾ ਏਜੰਟ ਹੁੰਦਾ, ਏਜੰਟ ਦਾ ਮਤਲਬ ਕਿ ਜਿਹੜਾ ਉਹਦੇ ਵਿੱਚ ਕੈਮੀਕਲ ਹੋਊਗਾ, ਜਿਹੜੀ ਉਹਦੇ ਵਿੱਚ ਦਵਾਈ ਹੋਊਗੀ। ਕਹਿੰਦਾ ਇਹ ਟੀਕਾ
ਟੀਕਾ ਏਜੰਟ ਤੇ ਹਮਲਾ ਕਰਨ ਲਈ ਇਮਿਊਨ ਸਿਸਟਮ ਨੂੰ ਉਤੇਜਿਤ ਕਰਕੇ ਕਿਸੇ ਖਾਸ ਹਾਨੀਕਾਰਕ ਏਜੰਟ ਦੇ ਵਿਰੁੱਧ ਸਰਗਰਮ ਇਮਿਊਨਿਟੀ ਪ੍ਰਦਾਨ ਕਰ ਸਕਦਾ ਹੈ। ਏਜੰਟ ਦਾ ਮਤਲਬ ਹੋ ਗਿਆ ਜਿਵੇਂ ਲਾਈਕ ਵਾਇਰਸ ਆਪਣੀ ਬੋਡੀ ਵਿੱਚ ਆ ਗਿਆ, ਠੀਕ ਹੈ। ਜਿਹੜੀ ਹੁਣ ਆਪਣੀ ਬੋਡੀ ਹੁੰਦੀ ਹੈ ਰਾਜੇ, ਉਹ ਬਿਮਾਰ ਕਹਿ ਦੋ ਹੁੰਨੇ ਆਪਾਂ, ਮਾਈਕਰੋ ਆਰਗੇਨਿਜ਼ਮ ਆ ਜਾਂਦਾ। ਮਾਈਕਰੋ ਆਰਗੇਨਿਜ਼ਮ ਦਾ ਮਤਲਬ ਕੀ ਹੈ, ਆਪਣੀ ਬੋਡੀ ਦੇ ਵਿੱਚ ਕੀ ਆ ਗਈ, ਐਰਰ ਆ ਗਈ। ਸਪੋਜ਼ ਐਰਰ ਦਾ ਮਤਲਬ ਕੀ ਆ ਗਿਆ, ਕੋਈ ਵਾਇਰਸ ਆ ਗਿਆ, ਕੋਈ ਆਪਣੇ ਡਿਸੀਜ਼ ਦੇ ਕਾਰਨ ਕੋਈ ਲਾਗ ਆ ਗਈ, ਠੀਕ ਹੈ, ਕੋਈ ਏਜੰਟ ਆ ਗਿਆ, ਠੀਕ ਹੈ। ਏਜੰਟ ਦਾ ਮਤਲਬ ਹੁੰਦਾ ਕਿ ਉਹ ਬਿਮਾਰੀ ਦਾ ਜਿਹੜਾ ਮੇਨ ਸ਼ੁਕਰਾਣੂ ਹੋਊਗਾ, ਸੂਖਮ ਜੀਵ ਹੋਊਗਾ। ਤਾਂ ਟੀਕਾ ਕੀ ਕਰਦਾ ਰਾਜੇ, ਉਸ ਏਜੰਟ ਤੇ ਕੀ ਕਰਦਾ, ਹਮਲਾ ਕਰਨ ਲਈ ਇਮਿਊਨ ਸਿਸਟਮ ਨੂੰ ਕੀ ਕਰਦਾ, ਸਟਿਮੂਲੇਟ ਕਰਦਾ ਹੈ ਕਿ ਜਿਹੜਾ ਤੁਹਾਡੇ ਅੰਦਰ ਵਾਇਰਸ ਆਇਆ ਹੈ ਉਹਨੂੰ ਕੀ ਆ, ਤੁਸੀਂ ਮਾਰਨਾ ਹੈ। ਤਾਂ ਮਾਰਨ ਵਾਸਤੇ ਇਹਨੂੰ ਕੀ ਕਰਦਾ, ਜਿਹੜਾ ਆਪਣਾ ਇਮਿਊਨ ਸਿਸਟਮ ਹੁੰਦਾ ਉਹਨੂੰ ਕੀ ਕਰਦਾ ਵੀ ਭਾਈ ਤੂੰ ਆਪਦਾ ਕੰਮ ਕਰ, ਉਤੇਜਿਤ ਕਰਦਾ, ਉਹਨੂੰ ਸਟਾਰਟ ਕਰਦਾ, ਉਹਨੂੰ ਸਿਖਲਾਈ ਦਿੰਦਾ ਹੈ, ਠੀਕ ਹੈ, ਉਹਨੂੰ ਸਟਰੋਂਗ ਕਰਦਾ ਹੈ। ਸਮਝ ਆ ਗਈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਵਿੱਚ। ਹੁਣ ਕਹਿੰਦਾ ਜੀ ਅੱਗੇ ਗੱਲ ਕਰਦੇ ਹਾਂ ਆਪਾਂ, ਕਹਿੰਦਾ ਜੀ ਇੱਕ ਵਾਰੀ ਜਿਹੜਾ ਆਪਾਂ ਵੈਕਸੀਨ, ਜਦੋਂ ਇੱਕ ਵਾਰੀ ਵੈਕਸੀਨ ਉਤੇਜਿਤ ਹੋਣ ਤੇ ਵੈਕਸੀਨ ਕੀ ਕਰਦਾ, ਆਪਣੇ ਇਮਿਊਨ ਸਿਸਟਮ ਨੂੰ ਉਤੇਜਿਤ ਕਰ ਦਿੰਦਾ ਹੈ। ਜਦੋਂ ਆਪਣੀ ਬੋਡੀ ਉਤੇਜਿਤ ਹੁੰਦੀ ਤਾਂ ਕੀ ਪੈਦਾ ਹੁੰਦਾ ਰਾਜੇ, ਐਂਟੀਬਾਡੀ ਪੈਦਾ ਕਰਨ ਵਾਲੇ ਜਿਹੜੇ ਸੈੱਲ ਹੁੰਦੇ ਜਿਹਨੂੰ ਆਪਾਂ ਕਹਿੰਦੇ ਨੇ ਬੀ ਸੈੱਲ ਜਾਂ ਫਿਰ ਲਿੰਫੋਸਾਈਡ ਕਹਿ ਦਿੰਦੇ ਆ। ਹੁਣ ਆਪਣੀ ਬੋਡੀ ਦੇ ਵਿੱਚ ਕੀ ਹੁੰਦੇ ਰਾਜੇ, ਸੈੱਲ ਹੁੰਦੇ ਜਿਹੜੇ ਬਿਮਾਰੀਆਂ ਨਾਲ ਲੜਦੇ ਆ, ਉਹਨੂੰ ਕਹਿ ਦਿੰਦੇ ਐਂਟੀਬਾਡੀ ਸੈੱਲ, ਠੀਕ ਹੈ ਜੀ, ਜਾਂ ਫਿਰ ਉਹਨੂੰ ਬੀ ਸੈੱਲ ਕਹਿ ਦਿੰਦੇ ਆ ਜਾਂ ਫਿਰ ਲਿੰਫੋਸਾਈਡ ਕਹਿ ਦਿੰਦੇ ਆ। ਤਾਂ ਇਹਨਾਂ ਨੂੰ ਸੰਵੇਦਨਸ਼ੀਲ ਕਰਦਾ ਰਾਜੇ, ਇਹਨਾਂ ਨੂੰ ਤਿਆਰ ਕਰਦਾ ਕਾਦੇ ਵਾਸਤੇ, ਉਸ ਵਾਇਰਸ ਨਾਲ ਲੜਨ ਵਾਸਤੇ, ਉਸ ਏਜੰਟ ਦੇ ਨਾਲ ਲੜਨ ਵਾਸਤੇ। ਤਾਂ ਕਹਿੰਦਾ ਜੀ ਵਨਸ ਸਟਿਮੂਲੇਟਿਡ ਬਾਈ ਏ ਵੈਕਸੀਨ, ਜਦੋਂ ਆਪਾਂ ਨੂੰ ਟੀਕਾ ਲਗਾਇਆ ਜਾਂਦਾ ਹੈ ਉਹ ਜਾ ਕੇ ਆਪਣੇ ਇਮਿਊਨ ਸਿਸਟਮ ਨੂੰ ਕੀ ਕਰਦਾ, ਸਟਿਮੂਲੇਟ ਕਰਦਾ ਹੈ। ਤਾਂ ਕੀ ਕਰਦਾ ਜੀ, ਕਹਿੰਦਾ ਦਾ ਐਂਟੀਬਾਡੀ ਪ੍ਰੋਡਿਊਸਿੰਗ ਸੈੱਲ, ਜਿਹਨੂੰ ਕਹਿੰਦੇ ਆਪਾਂ ਬੀ ਸੈੱਲ ਕਹਿੰਦੇ ਆ ਜਾਂ ਫਿਰ ਲਿੰਫੋਸਾਈਡ ਕਹਿ ਦਿੰਦੇ ਆ, ਉਹਨੂੰ ਕੀ ਕਰਦਾ ਰਾਜੇ, ਉਹਨੂੰ ਸੈਂਸੇਸ਼ਨ ਕਰਦਾ, ਉਤੇਜਿਤ ਕਰਦਾ, ਸੰਵੇਦਨਸ਼ੀਲ ਕਰਦਾ ਕਾਦੇ ਵਾਸਤੇ, ਉਸ ਏਜੰਟ ਦੇ ਵਿਰੁੱਧ ਲੜਨ ਵਾਸਤੇ ਜਾਂ ਉਹਨੂੰ ਜਵਾਬ ਦੇਣ ਵਾਸਤੇ। ਤਾਂ ਇਹ ਹੈਗਾ ਜੀ ਤੁਹਾਡਾ ਵੈਕਸੀਨੇਸ਼ਨ ਦਾ ਸਾਰਾ ਸਿਸਟਮ, ਵੀ ਵੈਕਸੀਨੇਸ਼ਨ ਕਰਦਾ ਕੀ ਆ, ਹੁੰਦਾ ਕੀ ਹੈ, ਕਿਉਂ ਯੂਜ਼ ਕੀਤਾ ਜਾਂਦਾ ਹੈ। ਤਾਂ ਅੱਗੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਪੜਾਉਣਾ ਚਾਹੁੰਦਾ। ਅੱਗੇ ਜਿਹੜਾ ਵੈਕਸੀਨ ਹੈਗਾ ਰਾਜੇ, ਵੈਕਸੀਨੇਸ਼ਨ ਹੈਗੀ ਹੈ ਜਿਹੜੀ, ਉਹਨੂੰ ਤਿੰਨ ਤਰ੍ਹਾਂ ਦੇ ਤਰੀਕੇ ਨਾਲ ਡਿਸਕ੍ਰਾਈਬ ਕੀਤਾ ਜਾਂਦਾ ਹੈ। ਤੁਸੀਂ ਐਗਜ਼ਾਮ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਤੁਹਾਨੂੰ ਤਿੰਨ ਵਰਡ ਦੇਖਣ ਨੂੰ ਮਿਲ ਸਕਦੇ ਆ। ਪਹਿਲਾ ਵਰਡ ਕਿਹੜਾ ਹੈਗਾ, ਵੈਕਸੀਨਾਈਜ਼, ਠੀਕ ਹੈ। ਵੈਕਸੀਨਾਈਜ਼ ਦਾ ਮਤਲਬ ਕੀ ਹੋ ਗਿਆ ਤੁਹਾਡਾ, ਬੇਸਿਕਲੀ ਆਪਾਂ ਵੈਕਸੀਨਾਈਜ਼ ਦਾ ਮਤਲਬ ਕੀ ਹੋ ਗਿਆ ਆਪਣਾ, ਵੈਕਸੀਨ ਜਿਹਨੂੰ ਆਪਾਂ ਕਹਿੰਦੇ ਨੇ ਦਵਾਈ, ਐਕਚੁਅਲ ਦੇ ਵਿੱਚ ਜਿਹੜੀ ਦਵਾਈ ਹੋਊਗੀ। ਵੈਕਸੀਨੇਸ਼ਨ ਦਾ ਮਤਲਬ ਹੋ ਗਿਆ ਪ੍ਰੋਸੈਸ, ਟੀਕਾ ਲਗਾਉਣ ਦਾ। ਤਾਂ ਵੈਕਸੀਨ ਕੀ ਹੋਗੀ, ਐਕਚੁਅਲ ਦੇ ਵਿੱਚ ਜਿਹੜਾ ਉਹ ਮਤਲਬ ਕਿ ਮਟੀਰੀਅਲ ਕਹਿ ਲਓ, ਕੈਮੀਕਲ ਕਹਿ ਲਓ, ਜਿਹੜਾ ਕਿ ਆਪਣੀ ਬੋਡੀ ਦੇ ਵਿੱਚ ਕੀ ਕਰੂਗਾ, ਇਮਿਊਨ ਸਿਸਟਮ ਨੂੰ ਸਟਰੋਂਗ ਕਰੂਗਾ। ਤਾਂ ਕਹਿੰਦਾ ਜੀ ਵੈਕਸੀਨ ਆਰ ਪ੍ਰੋਡਕਟਸ that produce the immunity to a specific disease. When you are immune to a disease, it means you are protected against that disease. ਕਹਿਣ ਦਾ ਮਤਲਬ ਕਿ ਉਹ ਜੇ ਆਪਣੇ ਇਮਿਊਨ ਸਿਸਟਮ ਕੀ ਹੋਊਗਾ, ਸਟਰੋਂਗ ਹੋਊਗਾ, ਉਹਨੂੰ ਪਤਾ ਹੋਊਗਾ ਵੀ ਜਿਹੜੀ ਬਿਮਾਰੀ ਹੈਗੀ ਆ ਉਹਨੂੰ ਕਿਵੇਂ ਮਾਰਨਾ ਹੈ, ਕਿਵੇਂ ਕਿਲ ਕਰਨਾ ਹੈ, ਤਾਂ ਉਹ ਕੀ ਕਰ ਸਕਦੇ ਆਪਾਂ ਉਹ ਤੋਂ ਬਚ ਸਕਦੇ ਆ। ਜ਼ਿਆਦਾਤਰ ਜਿਹੜੇ ਵੈਕਸੀਨ ਹੁੰਦੇ ਰਾਜੇ, ਉਹ ਆਪਣੇ ਸੂਈ ਨਾਲ ਦਿੱਤੇ ਜਾਂਦੇ ਆ। ਤੁਹਾਨੂੰ ਪਤਾ ਵੀ ਜਿਹੜੇ ਵੈਕਸੀਨ ਹੁੰਦੇ ਆ ਬੇਸਿਕਲੀ ਉਹ ਸੂਈ ਨਾਲ ਦਿੱਤੇ ਜਾਂਦੇ ਆ, ਬਟ ਕੁਝ ਜਿਹੜੇ ਵੈਕਸੀਨ ਹੁੰਦੇ ਆ ਉਹ ਓਰਲੀ ਵੀ ਦਿੰਦੇ ਆ ਆਪਾਂ, ਬਾਈ ਮਾਊਥ, ਬਾਈ ਨੋਜ਼ ਦੇ ਵਿੱਚ ਸਪਰੇਅ ਕਰਕੇ ਵੀ ਦਿੰਦੇ ਆ ਆਪਾਂ, ਠੀਕ ਹੈ। ਇਹ ਢੰਗ ਨੇ ਵੈਕਸੀਨ ਦੇਣ ਦੇ। ਤਾਂ ਲਿਖਿਆ ਗਿਆ ਪੰਜਾਬੀ ਦੇ ਵਿੱਚ ਪੜ੍ਹ ਲਿਓ। ਕਹਿੰਦਾ ਜੀ ਵੈਕਸੀਨ ਕੀ ਹੈ, ਕਹਿੰਦਾ ਜੀ ਉਹ ਉਤਪਾਦ ਹਨ ਜੋ ਕਿਸੇ ਖਾਸ ਬਿਮਾਰੀ ਲਈ ਕੀ ਕਰਦੇ ਆ, ਪ੍ਰਤੀਰੋਧਕ ਸ਼ਕਤੀ ਪੈਦਾ ਕਰਦੇ ਆ। ਕਹਿੰਦਾ ਜਦੋਂ ਤੁਸੀਂ ਕਿਸੇ ਬਿਮਾਰੀ ਤੋਂ ਪ੍ਰਤੀਰੋਧਕ ਹੁੰਦੇ ਹੋ ਤਾਂ ਇਸ ਦਾ ਮਤਲਬ ਕੀ ਹੈ ਕਿ ਤੁਸੀਂ ਬਿਮਾਰੀ ਤੋਂ ਸੁਰੱਖਿਅਤ ਹੋ। ਕਹਿਣ ਦਾ ਮਤਲਬ ਕਿ ਜਦੋਂ ਤੁਹਾਨੂੰ ਟੀਕਾ ਲੱਗ ਗਿਆ, ਕਹਿਣ ਦਾ ਮਤਲਬ ਕੀ ਹੈ, ਤੁਹਾਡੇ ਵਿੱਚ ਕੀ ਆ ਗਈ, ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈਗਾ ਉਹਦੇ ਵਿੱਚ ਕੀ ਆ ਗਈ, ਉਤੇਜਿਤ ਹੋ ਗਿਆ, ਉਹ ਸੰਵੇਦਨਸ਼ੀਲ ਹੋ ਗਿਆ, ਤਾਂ ਉਹ ਬਿਮਾਰੀ ਨਾਲ ਲੜ ਰਿਹਾ, ਤੁਹਾਨੂੰ ਕੀ ਕਰ ਰਿਹਾ, ਠੀਕ ਕਰ ਰਿਹਾ। ਤਾਂ ਜ਼ਿਆਦਾਤਰ ਜਿਹੜੇ ਟੀਕੇ ਹੁੰਦੇ ਬੇਟੇ ਉਹ ਸੂਈ ਨਾਲ ਲਗਾਏ ਜਾਂਦੇ ਆ, ਬਟ ਕੁਝ ਟੀਕੇ ਜ਼ੁਬਾਨ ਰਾਹੀਂ, ਮੂੰਹ ਰਾਹੀਂ, ਨੱਕ ਰਾਹੀਂ ਲਗਾਏ ਜਾ ਸਕਦੇ ਆ। ਨੈਕਸਟ ਅਗਰ ਆਪਾਂ ਗੱਲ ਕਰੀਏ, ਹੁਣ ਇੱਕ ਆਪਾਂ ਨੂੰ ਵਰਡ ਦੇਖਣ ਨੂੰ ਮਿਲਦਾ ਵੈਕਸੀਨੇਸ਼ਨ। ਹੁਣ ਵੈਕਸੀਨੇਸ਼ਨ ਤੁਹਾਨੂੰ ਮੈਂ ਦੱਸ ਦਿੱਤਾ, ਜਿਹਨੂੰ ਆਪਾਂ ਕਹਿੰਦੇ ਨੇ ਟੀਕਾਕਰਨ। ਕਹਿੰਦਾ ਇਟ ਇਜ਼ ਦਾ ਐਕਟ ਆਫ ਇੰਟਰੋਡਿਊਸਿੰਗ ਏ ਵੈਕਸੀਨ ਇਨਟੂ ਦਾ ਬੋਡੀ ਟੂ ਪ੍ਰੋਡਿਊਸ ਦਾ ਇਮਿਊਨਿਟੀ ਟੂ ਅ ਸਪੈਸੀਫਿਕ ਡਿਸੀਜ਼। ਤਾਂ ਬੇਸਿਕਲੀ ਆਪਣੀ ਬੋਡੀ ਦੇ ਅੰਦਰ ਜਦੋਂ ਆਪਾਂ ਦਵਾਈ ਇੰਜੈਕਟ ਕਰਦੇ ਆ, ਸੂਈ ਦੇ ਨਾਲ ਆਪਣੀ ਬੋਡੀ 'ਚ ਇੰਜੈਕਟ ਕਰਦੇ ਆ, ਉਸ ਪ੍ਰੋਸੈਸ ਨੂੰ, ਉਸ ਢੰਗ ਨੂੰ ਕੀ ਕਹਿ ਦਿੰਦੇ ਆਪਾਂ, ਟੀਕਾ ਲਗਾਉਣਾ ਕਹਿ ਦਿੰਦੇ, ਜਿਹਨੂੰ ਆਪਾਂ ਕਹਿੰਦੇ ਨੇ ਟੀਕਾਕਰਨ। ਇਹ ਤੁਹਾਨੂੰ ਪਤਾ ਹੀ ਹੈ। ਹੁਣ ਇੱਕ ਵਰਡ ਆਉਂਦਾ ਹੁੰਦਾ ਅੰਗਰੇਜ਼ੀ ਦੇ ਵਿੱਚ, ਪੰਜਾਬੀ ਦੇ ਵਿੱਚ ਮਤਲਬ ਤਾਂ ਉਹਦਾ ਟੀਕਾਕਰਨ ਹੀ ਹੈ। ਪੰਜਾਬੀ ਦੇ ਵਿੱਚ ਮਤਲਬ ਇਹਦਾ ਟੀਕਾਕਰਨ ਹੀ ਹੈ, ਚਾਹੇ ਨੰਨਾ ਪਾ ਲਓ ਜਾਂ ਨਾਣਾ ਪਾ ਲਓ, ਗੱਲ ਕੋਈ ਇੱਕ ਸੇਮ ਹੀ ਹੈ। ਪਰ ਅੰਗਰੇਜ਼ੀ ਦੇ ਵਿੱਚ ਉਹਦਾ ਮਤਲਬ ਕੀ ਆ, ਇਮਿਊਨਾਈਜੇਸ਼ਨ ਹੈ। ਇਮਿਊਨਾਈਜੇਸ਼ਨ ਤੁਹਾਨੂੰ ਮੈਂ ਦੱਸਿਆ, ਇਮਿਊਨ ਦਾ ਮਤਲਬ ਕੀ ਹੁੰਦਾ ਹੈ, ਬਿਮਾਰੀ ਨਾਲ ਲੜਨ ਦੀ ਸ਼ਕਤੀ ਕਹਿ ਲਓ, ਜਾਂ ਬਿਮਾਰੀ ਤੋਂ ਕਿਵੇਂ ਲੜਨਾ ਹੈ, ਠੀਕ ਹੈ ਜੀ। ਤਾਂ ਜਿਹੜਾ ਪ੍ਰੋਸੈਸ ਹੁੰਦਾ ਬਿਮਾਰੀ ਨਾਲ ਲੜਨ ਦਾ, ਉਹਨੂੰ ਕਹਿ ਦਾਂਗੇ ਆਪਾਂ ਇਮਿਊਨਾਈਜੇਸ਼ਨ ਕਹਿ ਦਾਂਗੇ। ਤਾਂ ਇਹ ਵੀ ਇੱਕ ਤਰ੍ਹਾਂ ਦਾ ਕੀ ਹੁੰਦਾ, ਟੀਕਾਕਰਨ ਹੀ ਹੁੰਦਾ ਰਾਜੇ। ਇਹਦਾ ਮਤਲਬ ਕੀ ਹੈ ਕਿ ਇਟ ਇਜ਼ ਦਾ ਪ੍ਰੋਸੈਸ ਬਾਈ ਵਿਚ ਏ ਪਰਸਨ ਔਰ ਐਨੀਮਲ, ਪਰਸਨ ਵੀ ਹੋ ਸਕਦਾ, ਕੋਈ ਐਨੀਮਲ ਵੀ ਹੋ ਸਕਦਾ, ਬਿਕਮ ਪ੍ਰੋਟੈਕਟਿਡ ਅਗੇਂਸਟ ਏ ਡਿਸੀਜ਼। ਤਾਂ ਬੇਸਿਕਲੀ ਤੁਹਾਨੂੰ ਮੈਂ ਪੜਾਉਣ ਦਾ ਕਾਰਨ ਕੀ ਹੈ, ਤਿੰਨੇ ਵਰਡ ਮੈਂ ਤਾਂ ਪੜਾਏ ਆ। ਵੈਕਸੀਨੇਸ਼ਨ ਲਿਖਿਆ ਆ ਜੇ, ਇਮਿਊਨਾਈਜੇਸ਼ਨ ਲਿਖਿਆ ਆ ਜੇ, ਗੱਲ ਇੱਕੋ ਹੀ ਹੈ,
ਤੇ ਵੈਕਸੀਨ ਕੀ ਹੁੰਦੀ ਹੈ ਤੁਹਾਨੂੰ ਮੈਂ ਦੱਸਤਾ, ਉਹ ਪ੍ਰੋਡਕਟ ਕਹਿ ਲਓ ਜਾਂ ਉਤਪਾਦ ਕਹਿ ਲਓ ਜਿਹੜਾ ਆਪਣੀ ਬੋਡੀ ਵਾਸਤੇ ਬਣਿਆ। ਤਾਂ ਕਹਿੰਦਾ ਜੀ ਦਾ ਟਰਮ ਇਜ਼ ਆਫਟਨ ਯੂਜ਼ਲੀ ਇੰਟਰਚੇਂਜੇਬਲ ਵਿਦ ਵੈਕਸੀਨ। ਤਾਂ ਕਹਿੰਦਾ ਬੇਸਿਕਲੀ ਜਿਹੜਾ ਸਿਨੋਨੀਅਮ ਹੈ ਇੱਕ ਟੀਕਾਕਰਨ ਦਾ, ਵੈਕਸੀਨੇਸ਼ਨ ਦਾ ਸਿਨੋਨੀਅਮ ਕੀ ਹੈ, ਇਮਿਊਨਾਈਜੇਸ਼ਨ ਹੈਗਾ। ਇਹਨੂੰ ਯਾਦ ਰੱਖਿਓ, ਤੁਹਾਨੂੰ ਐਗਜ਼ਾਮ ਤੋਂ ਪੁੱਛਿਆ ਜਾ ਸਕਦਾ ਕਿ ਵਾਟ ਇਜ਼ ਇਮਿਊਨਾਈਜੇਸ਼ਨ। ਤੁਸੀਂ ਉੱਥੇ ਭੁਲੇਖਾ ਨਾ ਖਾ ਜਾਓ, ਵੈਕਸੀਨ ਦੇ ਬਾਰੇ ਪੁੱਛ ਰਿਹਾ ਹੋ ਤਾਂ ਸੇਮ ਆਨਸਰ ਤੁਸੀਂ ਲਗਾ ਕੇ ਆਉਣਾ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਜੇ ਬੇਟਾ ਤੁਹਾਨੂੰ ਲੱਗ ਰਿਹਾ ਸਰ ਨੇ ਮਿਹਨਤ ਕੀਤੀ ਹੈ, ਪਲੀਜ਼ ਮੈਂ ਵਾਰ-ਵਾਰ ਮੈਨੂੰ ਕਹਿਣਾ ਪੈਂਦਾ ਕਿਉਂਕਿ ਮਿਹਨਤ ਬਹੁਤ ਹੁੰਦੀ ਹੈ ਲੇਕਿਨ ਬੱਚੇ ਬਹੁਤ ਘੱਟ ਵਾਚ ਕਰਦੇ ਆ, ਬਹੁਤ ਘੱਟ ਕੀ ਕਰਦੇ ਆ, ਸ਼ੇਅਰ ਕਰਦੇ ਆ। ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਹੁਣ ਆਪਾਂ ਗੱਲ ਕਰਦੇ ਹਾਂ ਜੀ ਹਿਸਟਰੀ ਦੀ, ਗੱਲ ਕਰਦੇ ਹਾਂ ਵੀ ਪਹਿਲਾ ਟੀਕਾ ਕਿਹਨੇ ਬਣਾਇਆ ਸੀ ਜਾਂ ਪਹਿਲੇ ਟੀਕੇ ਦੀ ਜ਼ਰੂਰਤ ਕਿਉਂ ਪਈ ਸੀਗੀ, ਕਿਵੇਂ ਟੀਕਾ ਇਨਵੈਂਟ ਹੋਇਆ ਸੀਗਾ। ਜੇ ਮੈਂ ਹੁਣ ਦੇਖੋ ਟੀਕਾਕਰਨ ਦਾ ਪਿਤਾ ਵੀ ਕਹਿ ਸਕਦੇ ਹਾਂ ਆਪਾਂ, ਠੀਕ ਹੈ। ਤੇ ਟੀਕੇ ਦੀ ਸਭ ਤੋਂ ਪਹਿਲਾਂ ਜਿਹੜੀ ਖੋਜ ਕੀਤੀ ਸੀ ਬੇਟਾ ਉਹ ਇੱਕ ਬੰਦਾ ਹੈਗਾ ਡਾਕਟਰ ਐਡਵਰਡ ਜੈਨਰ, ਠੀਕ ਹੈ। ਐਡਵਰਡ ਜੈਨਰ ਨਾਮ ਦਾ ਬੰਦਾ ਸੀਗਾ, ਉਹਨੇ ਇਹਦੀ ਖੋਜ ਕੀਤੀ ਸੀਗੀ। ਇਹ ਨਾਮ ਤੁਸੀਂ ਰੱਟ ਲਓ, ਇਹ ਕੁਐਸਚਨ 101% ਆਊਗਾ। ਕਹਿੰਦਾ ਜੀ ਦਾ ਫਸਟ ਵੈਕਸੀਨ ਵਾਜ਼ ਇੰਟਰੋਡਿਊਸ ਬਾय ਦਾ ਬ੍ਰਿਟਿਸ਼, ਜਿਹੜਾ ਬ੍ਰਿਟਿਸ਼ ਡਾਕਟਰ ਸੀਗਾ ਉਹਦਾ ਨਾਮ ਕੀ ਸੀਗਾ, ਐਡਵਰਡ ਜੈਨਰ ਸੀਗਾ। ਕਦੋਂ ਕੀਤਾ ਸੀਗਾ ਇਹ ਵੀ ਪੁੱਛਿਆ ਜਾ ਸਕਦਾ, 1796। ਇਹ ਯਾਦ ਰੱਖਣਾ 1796 ਨੂੰ ਇਹਨੇ ਕੀ ਕੀਤਾ ਸੀ, ਇੱਕ ਵੈਕਸੀਨ ਤਿਆਰ ਕੀਤਾ ਸੀਗਾ ਰਾਜੇ, ਕਾਓਪੌਕਸ ਵਾਇਰਸ। ਕਾਓਪੌਕਸ ਵਾਇਰਸ ਮਤਲਬ ਬੇਸਿਕਲੀ ਕਾਹਦੇ ਵਾਸਤੇ ਹੁੰਦਾ ਹੈ, ਜਿਵੇਂ ਮਨੁੱਖਾਂ ਦੇ ਵਿੱਚ ਚੇਚਕ ਹੋ ਜਾਂਦਾ ਜਾਂ ਕੋਈ ਇੱਕ ਵਾਇਰਸ, ਠੀਕ ਹੈ, ਜਿਹਦੇ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਸਤੇ ਇਹਨਾਂ ਨੇ ਕੀ ਕੀਤਾ ਸੀ, ਟੀਕਾ ਤਿਆਰ ਕੀਤਾ ਸੀਗਾ, ਠੀਕ ਹੈ ਜੀ। ਸਮਾਲ ਪੌਕਸ ਕਹਿ ਦਿੰਦੇ ਆ, ਕਾਓਪੌਕਸ ਕਹਿ ਦਿੰਦੇ ਇਹਨੂੰ, ਠੀਕ ਹੈ। ਤੁਸੀਂ ਯਾਦ ਕੀ ਰੱਖਣਾ, ਇੱਕ ਤਾਂ ਬੰਦੇ ਦਾ ਨਾਮ ਯਾਦ ਰੱਖਣਾ ਐਡਵਰਡ ਜੈਨਰ 1796 ਤਾਂ ਕਾਓ। ਹੁਣ ਇੱਥੇ ਕਈ ਵਾਰ ਕੁਐਸਚਨ ਪੁੱਛ ਲੈਂਦੇ ਹੁੰਦੇ ਵੀ ਕਿਹੜੇ ਜਾਨਵਰ ਤੋਂ, ਤਾਂ ਕਾਓ ਆਊਗਾ ਇੱਥੇ, ਠੀਕ ਹੈ, ਰਾਈਟ ਆਂਸਰ। ਤਾਂ ਇਹ ਤੁਹਾਨੂੰ ਕੁਐਸਚਨ ਆਇਆ ਹੋਇਆ ਪਹਿਲਾਂ ਐਨਟੀਟੀ ਦੇ ਵਿੱਚ, ਪਲੀਜ਼ ਇਹਨੂੰ ਯਾਦ ਰੱਖ ਲਿਓ। ਹੁਣ ਨੈਕਸਟ ਆਪਾਂ ਦੇਖਦੇ ਹਾਂ ਇਹਦੇ ਵਿੱਚ ਅੱਗੇ ਕਰਦਾ ਕੀ ਉਹ, ਅੱਗੇ ਜਿਹੜਾ ਵਿਗਿਆਨੀ ਹੈਗਾ ਜਿਹੜਾ ਰਾਜੇ ਐਡਵਰਡ ਜੈਨਰ, ਠੀਕ ਹੈ ਜੀ। ਕਹਿੰਦਾ ਜੀ ਉਹਨੇ ਵਿਗਿਆਨਿਕ ਤਰੀਕੇ ਦੇ ਨਾਲ ਚੇਚਕ ਤੋਂ ਬਚਾਅ ਲਈ ਇੱਕ ਵਿਧੀ ਦੀ ਜਾਂਚ ਕਰਨ ਵਾਲਾ ਪਹਿਲਾ ਵਿਅਕਤੀ ਸੀਗਾ, ਠੀਕ ਹੈ। ਜਿਹੜਾ ਚੇਚਕ ਹੁੰਦਾ ਹੈ ਉਹ ਤੋਂ ਬਚਣਾ ਕਿਵੇਂ ਹੈ, ਉਹਦੀ ਥਿਊਰੀ ਦੇਣ ਵਾਲਾ ਪਹਿਲਾ ਵਿਅਕਤੀ ਸੀਗਾ ਕੌਣ, ਐਡਵਰਡ ਜੈਨਰ। was the first to test a method to protect against the smallpox in the scientific manner। ਅੱਗੇ ਕਹਿੰਦਾ ਜੀ, ਕਹਿੰਦਾ ਉਸਨੇ ਆਪਣਾ ਅਧਿਐਨ ਕਦੋਂ ਕੀਤਾ, 1796 ਵਿੱਚ ਕੀਤਾ, 1796 ਦੇ ਵਿੱਚ ਕੀਤਾ ਉਹਨੇ। ਕਹਿੰਦਾ ਹਾਲਾਂਕਿ ਉਸਨੇ ਇਸ ਵਿਧੀ ਦੀ ਕਾਢ ਨਹੀਂ ਕੀਤੀ ਪਰ ਉਹਨੂੰ ਵਿਗਿਆਨਿਕ ਪਹੁੰਚ ਦੇ ਕਾਰਨ ਟੀਕਿਆਂ ਦਾ ਕੀ ਕਿਹਾ ਜਾਂਦਾ, ਪਿਤਾ ਕਿਹਾ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਕਿ ਵੈਕਸੀਨ ਦਾ ਫਾਦਰ ਕੌਣ ਹੈ, ਐਡਵਰਡ ਜੈਨਰ ਹੈ। ਯਾਦ ਰੱਖ ਲਿਓ, ਬੇਸਿਕਲੀ ਉਹਨੇ ਕੋਈ ਟੀਕਾ ਨਹੀਂ ਤਿਆਰ ਕੀਤਾ ਬਟ ਟੀਕਾ ਕਿਵੇਂ ਤਿਆਰ ਹੋਊਗਾ ਉਹਦੀ ਇੱਕ ਵਿਧੀ, ਮਤਲਬ ਕਹਿ ਲਓ ਜਾਂਚ ਕਰਨ ਦਾ ਮੈਥਡ ਜਾਂ ਉਹਨੂੰ ਬਣਾਉਣ ਦਾ ਮੈਥਡ ਤਿਆਰ ਕੀਤਾ ਸੀ। ਇਸ ਕਰਕੇ ਕੀ ਕਿਹਾ ਜਾਂਦਾ, ਫਾਦਰ ਆਫ ਵੈਕਸੀਨ ਕਿਹਾ ਜਾਂਦਾ ਐਡਵਰਡ ਜੈਨਰ ਨੂੰ। ਤਾਂ ਠੀਕ ਹੈ ਜੀ, ਐਡਵਰਡ ਜੈਨਰ ਦੇ ਬਾਰੇ ਤੁਹਾਨੂੰ ਮੈਂ ਪੜ੍ਹਾਤਾ। ਹੁਣ ਕਹਿੰਦਾ ਜੀ ਇਸ ਤੋਂ ਬਾਅਦ ਜੋ ਐਡਵਰਡ ਜੈਨਰ ਨੇ ਇਹ ਚੀਜ਼ ਕਰਤੀ ਸੀ, ਤਾਂ ਕਹਿੰਦਾ ਜਿਹੜਾ ਨੈਕਸਟ ਰੂਟੀਨ ਆਇਆ, ਨੈਕਸਟ ਵੈਕਸੀਨ ਆਏ ਡਿਵੈਲਪ ਹੋਏ, ਉਹ ਕਦੋਂ ਹੋਏ, 20th ਸੈਂਚੁਰੀ ਦੇ ਵਿੱਚ ਹੋਏ। ਜਿਵੇਂ ਹੁਣ ਮੰਨ ਲਓ ਮੈਂ ਗੱਲ ਕਰਾਂ ਜਿਹੜਾ ਪੈਰੀਟੂਸਿਸ ਹੈਗਾ 1914 ਦੇ ਵਿੱਚ ਆਇਆ। ਜੇ ਮੈਂ ਗੱਲ ਕਰਾਂ ਡਿਪਥੀਰੀਆ ਦੀ ਗੱਲ ਕਰਾਂ 1926 ਦੇ ਵਿੱਚ ਆਇਆ। ਜਿਵੇਂ ਟੈਟਨਸ ਦੀ ਗੱਲ ਕਰਾਂ 1938 ਦੇ ਵਿੱਚ ਆਇਆ। ਕਹਿਣ ਦਾ ਮਤਲਬ ਅੱਗੇ ਫਿਰ ਉਸ ਵਿਧੀ ਦੀ ਵਰਤੋਂ ਕਰਕੇ ਜੋ ਉਹਨੇ ਦਿੱਤੀ ਸੀਗੀ, ਜੋ ਉਹਨੇ ਮੈਥਡ ਦੱਸਿਆ ਸੀਗਾ, ਉਹਦੀ ਵਰਤੋਂ ਕਰਕੇ ਅੱਗੇ ਕੀ ਕੀਤੇ ਗਏ, ਟੀਕੇ ਤਿਆਰ ਕੀਤੇ ਗਏ ਅਲੱਗ-ਅਲੱਗ ਬਿਮਾਰੀਆਂ ਵਾਸਤੇ। ਹੁਣ ਜਿਹੜਾ ਇਹ ਤਿੰਨੇ ਮੈਂ ਤੁਹਾਨੂੰ ਤਾਂ ਪੜ੍ਹਾਏ ਹੈ ਕਿਉਂਕਿ ਤਿੰਨਾਂ ਨੂੰ ਕੀ ਕਹਿ ਦਿੰਦੇ, ਡੀਟੀਪੀ ਕਹਿ ਦਿੰਦੇ ਆ। ਡੀਟੀਪੀ ਤਾਂ ਕਹਿੰਦੇ ਇਹਨਾਂ ਨੂੰ 1948 ਦੇ ਵਿੱਚ ਕੀ ਕਰ ਦਿੱਤਾ ਗਿਆ ਸੀਗਾ, ਕੰਬਾਈਨ ਕਰ ਦਿੱਤਾ ਗਿਆ ਸੀਗਾ, ਮਿਕਸ ਕਰ ਦਿੱਤਾ ਗਿਆ ਸੀਗਾ, ਮਿਕਸਚਰ ਬਣਾ ਦਿੱਤਾ ਗਿਆ ਸੀਗਾ। ਕਿਹਦਾ ਡੀਟੀਪੀ, ਠੀਕ ਹੈ ਜੀ। ਡੀਟੀਪੀ ਤੁਹਾਡੇ ਸਾਹਮਣੇ ਦੇਖੋ, ਡਿਪਥੀਰੀਆ ਹੋ ਗਿਆ, ਡੀ ਫॉर ਡਿਪਥੀਰੀਆ ਹੋ ਗਿਆ, ਟੀ ਫॉर ਟੈਟਨਸ ਹੋ ਗਿਆ ਤੁਹਾਡਾ, ਠੀਕ ਹੈ ਜੀ, ਟੈਟਨਸ ਹੋ ਗਿਆ, ਪੀ ਫॉर ਕੀ ਹੋ ਗਿਆ ਤੁਹਾਡਾ, ਪੈਰੀਟੂਸਿਸ ਹੋ ਗਿਆ, ਠੀਕ ਹੈ। ਇਹ ਡੀਟੀਪੀ ਦੀ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ ਰਾਜੇ, ਨੂੰ ਵੀ ਯਾਦ ਰੱਖ ਲਿਓ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਹੁਣ ਆ ਦੇਖੋ ਪਹਿਲਾ ਟੀਕਾ, ਤੁਸੀਂ ਅਕਸਰ ਜੇ ਪੁਰਾਣੇ ਕਿਸੇ ਵੈਦ ਕੋਲੇ ਜਾਓਗੇ ਜਾਂ ਕਿਸੇ ਪੁਰਾਣੀ ਦੁਕਾਨ ਤੇ ਜਾਓਗੇ ਤੁਹਾਨੂੰ ਆ ਫੋਟੋ ਦੇਖਣ ਨੂੰ ਮਿਲ ਜੂਗੀ ਕਿਉਂਕਿ ਟੀਕੇ ਦਾ ਸਭ ਤੋਂ ਪਹਿਲਾ ਫਾਦਰ ਕੌਣ ਹੈ, ਇਹ ਬੰਦਾ ਹੈ, ਠੀਕ ਹੈ ਜੀ, ਐਡਵਰਡ। ਅੱਗੇ ਆਪਾਂ ਗੱਲ ਕਰੀਏ ਰਾਜੇ ਇਸ ਤੋਂ ਬਾਅਦ ਦੇਖੋ, ਜੇ ਮੈਂ ਗੱਲ ਕਰਾਂ, ਜੇ ਅੱਗੇ ਕਹਾਣੀ ਤੁਰਦੇ ਆਪਾਂ, ਵੈਸੇ ਇੰਨੀ ਡਿਟੇਲ ਚ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਉਸ ਤੋਂ ਬਾਅਦ ਇੱਕ ਬੰਦਾ ਹੋਰ ਹੋਇਆ, ਲੂਇਸ ਪਾਸਚਰ। ਲੂਇਸ ਪਾਸਚਰ ਨੇ ਕੀ ਕੀਤਾ ਸੀਗਾ, ਉਹ ਇੱਕ ਫ੍ਰੈਂਚ ਮਾਈਕਰੋਬਾਇਓਲੋਜਿਸਟ ਸੀਗਾ। ਉਹਨੇ ਕੀਤਾ ਕਿ ਰਾਜੇ, ਉਹਨੇ ਕਹਿੰਦਾ ਜੀ ਭੇਡਾਂ ਨੂੰ ਇੱਕ ਅਜਿਹੀ ਤਿਆਰੀ ਨਾਲ ਟੀਕਾ ਲਗਾ ਕੇ ਇੱਕ ਐਂਥ੍ਰਿਕਸ ਦੇ ਵਿਰੁੱਧ ਟੀਕਾ ਮਤਲਬ ਕਿ ਬਣਾਇਆ ਸੀਗਾ। ਹੁਣ ਵੈਸੇ ਤਾਂ ਜੋ ਕੁਐਸਚਨ ਆਉਂਦਾ ਹੁੰਦਾ ਉਹ ਐਡਵਰਡ ਤੋਂ ਹੀ ਆਉਂਦਾ ਹੈ, ਬਟ ਮੈਂ ਤੁਹਾਨੂੰ ਵੈਸੇ ਇੱਕ ਨੌਲੇਜ ਵਾਸਤੇ ਦੱਸ ਰਿਹਾ ਵੀ ਉਸ ਤੋਂ ਬਾਅਦ ਇੱਕ ਬੰਦਾ ਹੋਇਆ ਲੂਇਸ ਪਾਸਚਰ। ਉਹਨੇ ਕੀ ਕੀਤਾ, ਭੇਡਾਂ ਉੱਪਰ ਟੈਸਟ ਕੀਤਾ। ਭੇਡਾਂ ਦੇ ਉੱਪਰ ਟੈਸਟ ਕੀ ਕੀਤਾ ਵੀ ਉਹਨੇ ਇੱਕ ਅਜਿਹਾ ਟੀਕਾ ਤਿਆਰ ਕੀਤਾ ਜਿਹੜਾ ਐਂਥ੍ਰਿਕਸ ਦੇ ਵਿਰੁੱਧ ਲਗਾਇਆ ਜਾਂਦਾ ਸੀਗਾ। ਐਂਥ੍ਰਿਕਸ ਦੇ ਇੱਕ ਬਿਮਾਰੀ ਹੈ, ਉਹਦੇ ਵਿਰੁੱਧ ਟੀਕਾ ਉਹਨੇ ਤਿਆਰ ਕੀਤਾ ਸੀਗਾ, ਠੀਕ ਹੈ ਜੀ। ਤਾਂ ਇਹ 1881 ਦੇ ਵਿੱਚ ਹੋਇਆ ਸੀਗਾ, ਲੂਇਸ ਪਾਸਚਰ ਨੇ ਕੀਤਾ। ਤਾਂ ਕਹਿਣ ਦਾ ਮਤਲਬ ਇਸ ਤਰ੍ਹਾਂ ਹੌਲੀ ਹੌਲੀ ਉਹ ਚੀਜ਼ ਚੱਲਦੀ ਗਈ।
ਫਿਰ ਉਹਨੇ 4 ਸਾਲ ਬਾਅਦ ਉਹਨੇ ਕੀ ਕੀਤਾ, ਇੱਕ ਰੈਬਿਸ ਦੇ ਵਿਰੁੱਧ ਇੱਕ ਸੁਰੱਖਿਅਤ ਮੁਅਤਲਲ ਵਿਕਸਿਤ ਕੀਤਾ। ਕਹਿਣ ਦਾ ਮਤਲਬ ਜਿਹੜੀ ਰੈਬਿਸ ਹੁੰਦੀ ਹੈ, ਰੈਬਿਸ ਤੁਹਾਨੂੰ ਪਤਾ ਜਾਨਵਰਾਂ ਤੋਂ ਇੱਕ ਬਿਮਾਰੀ ਹੁੰਦੀ ਹੈ, ਰੈਬਿਸ ਦੇ ਵਿਰੁੱਧ ਉਹਨੇ ਫਿਰ ਟੀਕਾ ਕੀ ਕੀਤਾ, ਤਿਆਰ ਕੀਤਾ। ਪਰ ਪਹਿਲਾਂ ਉਹਨੇ ਕੀ ਕੀਤਾ, ਭੇਡ ਦੇ ਉੱਪਰ ਕੀ ਕੀਤਾ ਸੀਗਾ, ਐਕਸਪੈਰੀਮੈਂਟ ਕੀਤਾ ਸੀਗਾ। ਚਲੋ ਇਹ ਤੁਹਾਡੀ ਨੌਲੇਜ ਵਾਸਤੇ, ਤੁਹਾਨੂੰ ਐਗਜ਼ਾਮ ਵਾਸਤੇ ਇੰਨਾ ਡਿਟੇਲ ਚ ਕਰਨ ਦੀ ਜ਼ਰੂਰਤ ਨਹੀਂ ਹੈਗੀ। ਹੁਣ ਨੈਕਸਟ ਚੱਲਦੇ ਹਾਂ ਜੀ ਆਪਾਂ, ਸਭ ਤੋਂ ਮੋਸਟ ਇੰਪੋਰਟੈਂਟ ਪਾਰਟ ਹੈਗਾ ਆਪਣੀ ਵੀਡੀਓ ਦਾ, ਉਹ ਹੈਗਾ ਜੀ ਵੈਕਸੀਨ ਟਾਈਪਸ। ਤਾਂ ਜਿਹੜੇ ਵੈਕਸੀਨ ਕਿੰਨੇ ਤਰ੍ਹਾਂ ਦੇ ਹੁੰਦੇ ਆ ਰਾਜੇ, ਕਈ ਵੱਖ-ਵੱਖ ਕਿਸਮ ਦੇ ਟੀਕੇ ਹੁੰਦੇ ਆ। ਹਰੇਕ ਕਿਸਮ ਨੂੰ ਕਹਿੰਦਾ ਤੁਹਾਡੇ ਇਮਿਊਨ ਸਿਸਟਮ ਨੂੰ ਇਹ ਸਿਖਾਉਣ ਲਈ ਤਿਆਰ ਕੀਤਾ ਗਿਆ ਹੈ ਕਿ ਕੁਝ ਕਿਸਮ ਦੇ ਕੀਟਾਣੂਆਂ ਨਾਲ ਕਿਵੇਂ ਲੜਨਾ ਹੈ ਜੋ ਗੰਭੀਰ ਬਿਮਾਰੀ ਪੈਦਾ ਕਰਦੇ ਆ। ਹੁਣ ਆਪਣੇ ਵਿੱਚ ਵੱਖਰੀਆਂ-ਵੱਖਰੀਆਂ ਬਿਮਾਰੀਆਂ ਹੁੰਦੀਆਂ, ਇਸ ਕਰਕੇ ਉਹਨਾਂ ਵਾਸਤੇ ਵੱਖਰੇ-ਵੱਖਰੇ ਤਰ੍ਹਾਂ ਦੇ ਟੀਕੇ ਹੁੰਦੇ ਆ। ਕੁਝ ਸਟਰੋਂਗ ਹੁੰਦੇ ਆ, ਕੁਝ ਲਾਈਟ ਹੁੰਦੇ ਆ, ਠੀਕ ਹੈ ਜੀ, ਉਹ ਤੇ ਡਿਪੈਂਡ ਕਰਦਾ ਹੈ। ਤਾਂ ਵੈਕਸੀਨ ਟਾਈਪ ਦੀ ਅਗਰ ਮੈਂ ਗੱਲ ਕਰੂੰਗਾ, ਤੁਸੀਂ ਆਹ ਚਾਰਟ ਨੂੰ ਰੱਟਾ ਮਾਰਨਾ, ਰੱਟਾ ਤਾਂ ਚਲੋ ਨਹੀਂ ਮਾਰਨਾ, ਤੁਹਾਨੂੰ ਮੈਂ ਸਮਝਾ ਵੀ ਦਊਂਗਾ, ਬਟ ਇਹ ਚਾਰਟ ਬਹੁਤ ਧਿਆਨ ਦੇ ਨਾਲ ਦੇਖਣਾ। ਬੇਸਿਕਲੀ ਆਪਣੇ ਕੋਲੇ 3 ਤਰ੍ਹਾਂ ਦੇ ਟੀਕੇ ਹੁੰਦੇ ਆ ਰਾਜੇ, 3 ਭਾਗਾਂ ਦੇ ਵਿੱਚ ਵੰਡਿਆ ਗਿਆ। ਪਹਿਲੇ ਹੁੰਦੇ ਲਾਈਵ ਐਟਿਓਨੇਟਿਡ ਹੁੰਦੇ ਆ, ਦੂਜੇ ਹੁੰਦੇ ਆ ਇਨਐਕਟੀਵੇਟਿਡ ਜਿਹਨੂੰ ਆਪਾਂ ਕਹਿੰਦੇ ਨੇ ਕਿਲਡ, ਥਰਡ ਹੁੰਦੇ ਆ ਟੌਕਸਾਈਡ, ਠੀਕ ਹੈ। 3 ਤਰ੍ਹਾਂ ਦੇ ਹੁੰਦੇ ਆ। ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆ ਸਕਦਾ, ਮੰਨ ਲਓ ਤੁਹਾਨੂੰ ਪੁੱਛ ਲਿਆ ਜਿਹੜਾ ਹੈਪੇਟਾਈਟਿਸ ਦਾ ਟੀਕਾ ਹੈਗਾ ਉਹ ਕਿਹੜੀ ਕੈਟਾਗਰੀ ਚ ਆਉਂਦਾ ਹੈ, ਟੌਕਸਾਈਡ ਦੇ ਵਿੱਚ ਆਉਂਦਾ ਹੈ, ਇਨਐਕਟੀਵੇਟਿਡ ਦੇ ਵਿੱਚ ਆਉਂਦਾ ਜਾਂ ਲਾਈਵ ਦੇ ਵਿੱਚ ਆਉਂਦਾ ਹੈ, ਤੁਹਾਨੂੰ ਪੁੱਛਿਆ ਜਾ ਸਕਦਾ ਇਹ, ਠੀਕ ਹੈ। ਤਾਂ ਡਾਈਫੀਰੀਆ ਦਾ ਕਿੱਥੇ ਆਉਂਦਾ ਹੈ, ਤਾਂ ਤੁਹਾਨੂੰ ਇਹ ਚਾਰਟ ਥੋੜਾ ਜਿਹਾ ਯਾਦ ਰੱਖਣਾ ਪਊਗਾ ਮਾਈਂਡ ਦੇ ਵਿੱਚ, ਠੀਕ ਹੈ। ਇਹਨੂੰ ਜ਼ਰੂਰ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ, ਦੇਖ ਲਿਓ ਚਾਰਟ ਨੂੰ। ਹੁਣ ਤੁਹਾਨੂੰ ਮੈਂ ਥੋੜਾ ਥੋੜਾ ਸਮਝਾ ਦਿੰਦਾ ਰਾਜੇ ਇਹਦੇ ਵਿੱਚ ਹੁੰਦਾ ਕੀ ਹੈ, ਠੀਕ ਹੈ। ਜਿਹੜਾ ਇਨਐਕਟੀਵੇਟਿਡ ਹੈ, ਦੇਖੋ ਲਿਖਿਆ ਹੀ ਹੋਇਆ ਇਨਐਕਟੀਵੇਟਿਡ। ਹੁਣ ਜਿਹੜਾ ਮਾਈਕਰੋ ਆਰਗੇਨਿਜ਼ਮ ਹੁੰਦਾ, ਮਾਈਕਰੋ ਆਰਗੇਨਿਜ਼ਮ ਦਾ ਮਤਲਬ ਹੁੰਦਾ ਜਿਹੜਾ ਵਾਇਰਸ ਆਪਣੀ ਬੋਡੀ 'ਚ ਆ ਜਾਂਦਾ, ਜਿਹੜਾ ਕਿ ਬਿਮਾਰੀ ਪੈਦਾ ਕਰਦਾ ਹੈ। ਇਹਦੇ ਵਿੱਚ ਕੀ ਕੀਤਾ ਜਾਂਦਾ, ਉਹਨੂੰ ਉਹਦੇ ਉੱਪਰ ਅਟੈਕ ਕੀਤਾ ਜਾਂਦਾ ਹੈ, ਮੇਨ ਉਹਦੇ ਉੱਪਰ ਅਟੈਕ ਕੀਤਾ ਜਾਂਦਾ ਵੀ ਉਹਨੂੰ ਖਤਮ ਕੀਤਾ ਜਾਵੇ। ਉਹਨੂੰ ਖਤਮ ਕਿਵੇਂ ਕਰਦੇ ਆ, ਜਾਂ ਤਾਂ ਉਹਨੂੰ ਹੀਟ ਦੇ ਨਾਲ ਖਤਮ ਕਰਦੇ ਆ ਜਾਂ ਫਿਰ ਕਿਸੇ ਕੈਮੀਕਲ ਨਾਲ ਖਤਮ ਕਰਦੇ ਆ, ਠੀਕ ਹੈ। ਉਹਦਾ ਮਤਲਬ ਮੇਨ ਮਕਸਦ ਕੀ ਹੁੰਦਾ, ਬੋਡੀ ਨੂੰ ਪ੍ਰੋਟੈਕਟ, ਬੋਡੀ ਦੇ ਇਮਿਊਨ ਸਿਸਟਮ ਨੂੰ ਸਟਰੋਂਗ ਨਹੀਂ ਕਰਨਾ ਹੁੰਦਾ। ਇਹਦੇ ਵਿੱਚ ਕਰਦਾ ਕਿ ਮੇਨ ਉਹਨੂੰ ਅਟੈਕ ਕਰਨਾ, ਉਸ ਵਾਇਰਸ ਨੂੰ ਮਾਰਨਾ ਜਿਹੜਾ ਕਿ ਬਿਮਾਰੀ ਪੈਦਾ ਕਰ ਰਿਹਾ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੁੰਦਾ ਜੀ, ਬੋਡੀ ਦੇ ਵਿੱਚ ਡਾਇਰੈਕਟ ਆਪਾਂ ਇੰਜੈਕਟ ਕਰਦੇ ਆ ਇੰਜੈਕਸ਼ਨ ਨੂੰ, ਠੀਕ ਹੈ। ਪਰ ਇਹ ਸ਼ਾਰਟ ਟਰਮ ਵਾਸਤੇ ਇਹਦਾ ਅਸਰ ਰਹਿੰਦਾ ਹੈ, ਕੁਝ ਦੇਰ ਵਾਸਤੇ ਇਹਦਾ ਅਸਰ ਰਹਿੰਦਾ। ਇਹ ਨਹੀਂ ਹੈਗਾ ਕਿ ਤੁਸੀਂ ਟੀਕਾ ਲਵਾ ਲਿਆ ਤੇ ਤੁਸੀਂ ਠੀਕ ਹੋ ਗਏ, ਕੁਝ ਦਿਨਾਂ ਵਾਸਤੇ ਦਾ ਕੀ ਰਹੂਗਾ, ਅਸਰ ਰਹੂਗਾ। ਪਰ ਉਸ ਤੋਂ ਬਾਅਦ ਆਪਾਂ ਨੂੰ ਕੀ ਲੈਣੀ ਪਊਗੀ, ਬੂਸਟਰ ਡੋਜ਼ ਲੈਣੀ ਪਊਗੀ, ਠੀਕ ਹੈ। ਬੂਸਟਰ ਡੋਜ਼ ਹੁੰਦੀ ਹੈ ਕਿ ਬੋਡੀ ਨੂੰ ਹੋਰ ਸਟਰੋਂਗ ਕਰਨਾ ਉਸ ਬਿਮਾਰੀ ਦੇ ਵਿਰੁੱਧ ਲੜਨ ਵਾਸਤੇ। ਚਲੋ ਇਹ ਮੈਂ ਅੱਗੇ ਡਿਟੇਲ ਚ ਪੜਾਉਂਗਾ, ਚਿੰਤਾ ਨਾ ਕਰੋ। ਹੁਣ ਲਾਈਵ ਐਟਨੂਏਟਿਡ ਹੁੰਦੇ ਆ। ਲਾਈਵ ਐਟਨੂਏਟਿਡ ਦਾ ਮਤਲਬ ਹੁੰਦਾ ਕਿ ਲਿਵਿੰਗ ਜਿਹੜਾ ਬੈਕਟੀਰੀਆ ਤੁਹਾਡੀ ਬੋਡੀ ਦੇ ਵਿੱਚ ਇਸ ਟਾਈਮ ਚੱਲ ਰਿਹਾ ਹੈ, ਠੀਕ ਹੈ, ਲਾਈਵ ਵਾਇਰਸ ਚੱਲ ਰਿਹਾ ਹੈ, ਉਹਦੇ ਉੱਪਰ ਕੰਮ ਕਰਨਾ, ਉਹਨੂੰ ਕਿਵੇਂ ਰੋਕਣਾ ਜਾਂ ਉਹਨੂੰ ਉਹਦੇ ਨਾਲ ਲੜਨ ਵਾਸਤੇ ਕਿਵੇਂ ਬੋਡੀ ਵਿੱਚ ਸ਼ਕਤੀ ਪੈਦਾ ਕਰਨੀ ਹੈ। ਟੌਕਸਾਈਡ ਹੁੰਦੇ ਰਾਜੇ, ਟੌਕਸਾਈਡ ਬੇਸਿਕਲੀ ਮੋਡੀਫਾਈਡ ਹੁੰਦੇ ਨੇ, ਮਤਲਬ ਬੈਕਟੀਰੀਆ ਜਿਹੜੇ ਆਕਸਾਈਡ ਹੁੰਦੇ ਉਹਨੂੰ ਮੋਡੀਫਾਈ ਕਰਕੇ ਬਣਾਏ ਜਾਂਦੇ ਆ। ਕਿਵੇਂ ਬਣਾਉਂਦੇ ਆ ਉਹ ਮੈਂ ਅੱਗੇ ਤੁਹਾਨੂੰ ਡਿਟੇਲ ਚ ਕਰਾਉਣਾ ਹੈ। ਤਾਂ ਕਹਿਣ ਦਾ ਭਾਵ 3 ਤਰ੍ਹਾਂ ਦੇ ਟੀਕੇ ਹੈਗੇ ਆਪਣੇ ਕੋਲੇ, ਲਾਈਵ, ਇਨਐਕਟਿਵ ਤੇ ਇਨਐਕਟੀਵੇਟਿਡ ਤੇ ਟੌਕਸਾਈਡ। 3 ਤਰ੍ਹਾਂ ਦੇ ਟੀਕੇ ਆਪਾਂ ਪੜ੍ਹਨੇ ਆ, 1 ਬਾਈ 1 ਆਪਾਂ ਇਹਨੂੰ ਡਿਸਕਸ ਕਰਦੇ ਆ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਇਨਐਕਟੀਵੇਟਿਡ ਵੈਕਸੀਨ ਕਿਹੜੇ ਹੁੰਦੇ ਆ। ਇਨਐਕਟੀਵੇਟਿਡ ਦਾ ਮਤਲਬ ਹੋ ਗਿਆ ਜਿਹਨੂੰ ਆਪਾਂ ਹੁਣੇ ਪੜ੍ਹ ਕੇ ਗਏ ਆ ਰਾਜੇ, ਇਹਨੂੰ ਕਹਿ ਦਿੰਦੇ ਆ ਕਿਲਡ ਵੀ ਕਹਿ ਦਿੰਦੇ ਆ। ਕੀ ਕਹਿ ਦਿੰਦੇ ਰਾਜੇ, ਕਿਲਡ ਵਰਜ਼ਨ ਕਹਿ ਦਿੰਦੇ ਜਾਂ ਫਿਰ ਕਿਲਡ ਵੈਕਸੀਨੇਸ਼ਨ ਕਹਿ ਦਿੰਦੇ ਆ। ਕਹਿੰਦਾ ਜੀ ਇਨਐਕਟੀਵੇਟਿਡ ਵੈਕਸੀਨ ਯੂਜ਼ ਦਾ ਕਿਲਡ ਵਰਜ਼ਨ ਆਫ ਦਾ ਜਰਮਸ ਦੈਟ ਕਾਜ਼ ਅ ਡਿਸੀਜ਼। ਬੇਸਿਕਲੀ ਇਹਦੇ ਵਿੱਚ ਜਿਹੜਾ ਮਾਈਕਰੋ ਆਰਗੇਨਿਜ਼ਮ ਹੁੰਦਾ ਜਾਂ ਜਿਹਨੂੰ ਆਪਾਂ ਜਰਮ ਕਹਿ ਦਿੰਦੇ ਆ, ਸੂਖਮ ਜੀਵ, ਕੀ ਕਹਿ ਦਿੰਦੇ ਆਪਾਂ, ਸੂਖਮ ਜੀਵ ਵੀ ਕਹਿ ਦਿੰਦੇ ਆ। ਸੂਖਮ ਜੀਵ ਜਿਹੜਾ ਹੁੰਦਾ ਰਾਜੇ, ਉਹਨੂੰ ਕੀ ਕਰ ਦਿੱਤਾ ਜਾਂਦਾ ਰਾਜੇ, ਉਹਨੂੰ ਡੈਡ ਕੀਤਾ ਜਾਂਦਾ, ਉਹਨੂੰ ਮਾਰਿਆ ਜਾਂਦਾ ਹੈ, ਜਿਹੜਾ ਕਿ ਬਿਮਾਰੀ ਦਾ ਕੀ ਕਰਦਾ, ਕਾਰਨ ਬਣਦਾ ਹੈ, ਜਿਹੜਾ ਬਿਮਾਰੀ ਫੈਲਾਉਂਦਾ। ਤਾਂ ਉਹਨੂੰ ਕੀ ਕਰਾਂਗੇ ਆਪਾਂ, ਮਾਰ ਦਾਂਗੇ। ਤਾਂ ਕਹਿੰਦਾ ਜੀ ਆਹ ਕਿਰਿਆਸ਼ੀਲ ਟੀਕੇ ਕੀ ਕਰਦੇ ਰਾਜਾ, ਕੀਟਾਣੂ ਦੇ ਮਰੇ ਗਏ ਸੰਸਕਰਣ ਦੀ ਵਰਤੋਂ ਕਰਦੇ ਹਨ ਜੋ ਬਿਮਾਰੀ ਦਾ ਕਾਰਨ ਬਣਦਾ ਹੈ, ਠੀਕ ਹੈ ਜੀ। ਨੈਕਸਟ ਪੜ੍ਹਦੇ ਆਪਾਂ ਇਹਦੇ ਵਿੱਚ ਅੱਗੇ, ਆਪਾਂ ਗੱਲ ਕਰਦੇ ਜਿਹੜੇ ਕਹਿੰਦਾ ਜੀ ਇਨਐਕਟੀਵੇਟਿਡ ਵੈਕਸੀਨ ਹੁੰਦੇ, ਕਹਿੰਦਾ ਯੂਜ਼ਲੀ ਡੋਂਟ ਪ੍ਰੋਵਾਈਡ ਇਮਿਊਨਿਟੀ। ਤਾਂ ਦੇਖੋ ਤੁਹਾਨੂੰ ਮੈਂ ਦੱਸਿਆ ਬੇਸਿਕਲੀ ਅਟੈਕ ਕਰਦੇ ਨੇ ਉਸ ਵਾਇਰਸ ਦੇ ਉੱਪਰ ਜਿਹੜਾ ਬਿਮਾਰੀ ਫੈਲਾ ਰਿਹਾ ਹੈ, ਨਾ ਕਿ ਆਪਣੀ ਬੋਡੀ ਨੂੰ ਸ਼ਕਤੀ ਪ੍ਰਦਾਨ ਕਰਦੇ ਆ, ਪ੍ਰੋਟੈਕਸ਼ਨ ਨਹੀਂ ਦਿੰਦੇ ਆਪਾਂ ਨੂੰ। ਇਹ ਜਸਟ ਕਰਦੇ ਕੀ ਹੈ ਰਾਜੇ, ਆਪਣੇ ਜਿਹੜਾ ਵਾਇਰਸ ਹੈਗਾ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ, ਠੀਕ ਹੈ। ਪਰ ਅੱਗੇ ਆ ਕੇ ਆਪਾਂ ਪੜਾਂਗੇ ਜਿਹੜੇ ਲਾਈਵ ਹੁੰਦੇ ਆ, ਲਾਈਵ ਵਾਲੇ ਜ਼ਿਆਦਾ ਸਟਰੋਂਗ ਹੁੰਦੇ ਆ, ਕਿਉਂਕਿ ਲਾਈਵ ਵਾਲੇ ਕੀ ਕਰਦੇ ਆ ਰਾਜੇ, ਉਹ ਬੋਡੀ ਨੂੰ ਇਮਿਊਨਿਟੀ ਸਿਸਟਮ ਪ੍ਰਦਾਨ ਕਰਦੇ ਆ ਵੀ ਉਸ ਬਿਮਾਰੀ ਨਾਲ ਕਿਵੇਂ ਲੜਨਾ ਹੈ, ਠੀਕ ਹੈ। ਤਾਂ ਅੱਗੇ ਕਹਿੰਦਾ ਜੀ ਤੁਹਾਨੂੰ ਬਿਮਾਰੀਆਂ ਦੇ ਵਿਰੁੱਧ ਨਿਰੰਤਰ ਪ੍ਰਤੀਰੋਧਕ ਸ਼ਕਤੀ ਪ੍ਰਾਪਤ ਕਰਨ ਲਈ ਸਮੇਂ-ਸਮੇਂ ਤੇ ਕਈ ਖੁਰਾਕਾਂ ਬੂਸਟਰ ਸ਼ਾਟਸ ਦੀ ਜ਼ਰੂਰਤ ਹੁੰਦੀ ਹੈ। ਹੁਣ ਬੂਸਟਰ ਡੋਜ਼ ਹੁੰਦੀ ਹੈ ਰਾਜੇ, ਜਿਵੇਂ ਬੂਸਟਰ ਡੋਜ਼ ਜਿਵੇਂ ਪ੍ਰੋਟੀਨ ਦੇ ਬੂਸਟਰ ਡੋਜ਼ ਆਉਂਦੇ ਆ, ਮਤਲਬ ਬੋਡੀ ਨੂੰ ਸਟਰੋਂਗ ਕਰਨ ਵਾਸਤੇ, ਕਿਉਂਕਿ ਜਿਹੜੇ ਇਨਐਕਟੀਵੇਟਿਡ ਹੁੰਦੇ ਆ ਕੁਝ ਦੇਰ ਵਾਸਤੇ ਕੀ ਕਰਦੇ ਆਪਣਾ ਅਸਰ ਦਿਖਾਉਂਦੇ ਆ। ਇੱਕ ਵਾਰੀ ਉਹਨਾਂ ਨੇ ਕੀ ਕਰਤਾ, ਉਹ ਜਰਮ ਨੂੰ ਮਾਰਤਾ, ਉਹ ਸੂਖਮ ਜੀਵ ਨੂੰ ਮਾਰਤਾ, ਤੁਹਾਡੀ ਬਿਮਾਰੀ ਉੱਥੇ ਰੁਕੂਗੀ। ਪਰ ਉਹ ਬਿਮਾਰੀ ਨੂੰ ਦੇ ਬਾਅਦ ਬੋਡੀ ਨੂੰ ਸ਼ਕਤੀ ਵੀ ਪ੍ਰਦਾਨ ਕਰਨੀ ਹੈ, ਤਾਂ ਆਪਾਂ ਨੂੰ ਕੀ ਕਰਨਾ ਪਊਗਾ, ਬੂਸਟਰ ਡੋਜ਼ ਲੈਣੀਆਂ ਪੈਣਗੀਆਂ, ਬੂਸਟਰ ਸ਼ਾਟ ਲੈਣੇ ਪੈਣਗੇ, ਠੀਕ ਹੈ ਜੀ। ਇਹ ਹੋ ਗਿਆ ਤੁਹਾਡਾ ਇਨਐਕਟੀਵੇਟਿਡ ਵੈਕਸੀਨ, ਜਿਹਨੂੰ ਆਪਾਂ ਕਹਿ ਦਿੰਦੇ ਆ ਕਿਲਡ ਵੈਕਸੀਨ ਕਹਿ ਦਿੰਦੇ ਆ। ਹੁਣ ਇਹ ਜਿਹੜੀ ਇਨਐਕਟੀਵੇਟਿਡ ਵੈਕਸੀਨ ਹੁੰਦੀ ਹੈ ਰਾਜੇ, ਕਿਹਦੇ ਅਗੇਂਸਟ ਆਪਾਂ ਯੂਜ਼ ਕਰਦੇ ਆ,
ਤਾਂ ਆਪਾਂ ਇਹਦੇ ਵਿੱਚ ਤਿੰਨ ਚਾਰ ਇਹ ਯਾਦ ਰੱਖਣੇ ਜਿਹੜੇ ਮੋਸਟ ਇੰਪੋਰਟੈਂਟ ਹੈਗੇ ਆ, ਇਹ ਜ਼ਿਆਦਾ ਯਾਦ ਰੱਖਣੇ ਆ। ਹੈਪੇਟਾਈਟਿਸ ਏ ਹੋ ਗਿਆ ਤੁਹਾਡਾ, ਫਲੂ ਹੋ ਗਿਆ ਰਾਜੇ, ਪੋਲੀਓ ਹੋ ਗਿਆ, ਰੈਬੀਜ਼ ਹੋ ਗਿਆ। ਤਾਂ ਤੁਹਾਨੂੰ ਪੁੱਛਿਆ ਜਾ ਸਕਦਾ ਵੀ ਜਿਵੇਂ ਰੈਬੀਜ਼ ਕਿਹੜੀ ਕੈਟਾਗਰੀ ਚ ਆਉਂਦਾ ਹੈ, ਇਨਐਕਟੀਵੇਟਡ ਚ ਆਉਂਦਾ ਹੈ ਕਿ ਲਾਈਵ ਦੇ ਵਿੱਚ ਆਉਂਦਾ ਹੈ ਕਿ ਟੌਕਸਾਈਡ ਦੇ ਵਿੱਚ ਆਉਂਦਾ ਹੈ, ਹੈਪੇਟਾਈਟਿਸ ਏ ਕਿਹਦੇ ਵਿੱਚ ਆਉਂਦਾ ਹੈ, ਹੈਪੇਟਾਈਟਿਸ ਬੀ ਕਿਹਦੇ ਵਿੱਚ ਆਉਂਦਾ ਹੈ, ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਸਿਰਫ ਕਿ ਨਾਮ ਯਾਦ ਰੱਖ ਲਿਓ ਕਿਹੜਾ ਕਿਹੜੀ ਕੈਟਾਗਰੀ ਦੇ ਵਿੱਚ ਆਉਂਦਾ। ਉਹ ਚਾਰਟ ਜਿਹੜਾ ਤੁਹਾਨੂੰ ਮੈਂ ਦੱਸਿਆ ਉਹ ਚਾਰਟ ਤੁਸੀਂ ਯਾਦ ਕਰਨਾ ਹੈ। ਹੁਣ ਨੈਕਸਟ ਕੈਟਾਗਰੀ ਵੱਲ ਵਧਦੇ ਆਪਾਂ, ਅੱਗੇ ਆ ਕੇ ਆਪਣੇ ਕੋਲੇ ਲਾਈਵ ਐਟੀਨੇਟਿਡ ਵੈਕਸੀਨ, ਠੀਕ ਹੈ ਜੀ, ਲਾਈਵ ਟੀਕੇ। ਤਾਂ ਬੇਸਿਕਲੀ ਕਹਿੰਦਾ ਦੇਖੋ ਲਿਖਿਆ ਹੋਇਆ, ਕਹਿੰਦਾ ਜੀ ਲਾਈਵ ਟੀਕੇ ਕੀਟਾਣੂ ਦੇ ਕਮਜ਼ੋਰ ਜਾਂ ਘਟੀਆ ਰੂਪ ਦੀ ਵਰਤੋਂ ਕਰਦੇ ਹਨ ਜੋ ਬਿਮਾਰੀਆਂ ਦਾ ਕਾਰਨ ਬਣਦਾ ਹੈ। ਕਹਿਣ ਦਾ ਮਤਲਬ ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜਾ ਬੈਕਟੀਰੀਆ ਆਪਣੇ ਵਿੱਚ ਆ ਗਿਆ ਉਹਦੀ ਕਮਜ਼ੋਰੀ ਕੀ ਹੈ, ਉਹਨੂੰ ਕਿਵੇਂ ਮਾਰਨਾ ਤੇ ਆਪਣੀ ਬੋਡੀ ਨੂੰ ਕਿਵੇਂ ਸਟਰੋਂਗ ਕਰਨਾ ਉਹਦੇ ਵਿਰੁੱਧ ਲੜਨ ਵਾਸਤੇ, ਇਹ ਕੌਣ ਕਰਨਗੇ, ਇਹ ਲਾਈਵ ਵੈਕਸੀਨ ਕਰਨਗੇ। ਠੀਕ ਹੈ ਜੀ, ਲਾਈਵ ਵੈਕਸੀਨ ਕਰਨਗੇ। ਨੈਕਸਟ ਆਪਾਂ ਦੇਖਦੇ ਹਾਂ ਇਹਦੇ ਵਿੱਚ ਲਾਈਵ ਦੇ ਵਿੱਚ ਹੋਰ ਕੀ ਹੁੰਦਾ ਹੈ। ਕਹਿੰਦਾ ਜੀ ਕਿਉਂਕਿ ਜਿਹੜੇ ਇਹ ਵੈਕਸੀਨ ਹੁੰਦੇ ਰਾਜੇ ਇਹ ਕੁਦਰਤੀ ਇਨਫੈਕਸ਼ਨ ਨਾਲ ਮਿਲਦੀਆਂ ਜੁਲਦੀਆਂ ਨੇ ਜੋ ਰੋਕਣ ਵਿੱਚ ਮਦਦ ਕਰਦੀਆਂ ਨੇ। ਇਹ ਇੱਕ ਮਜ਼ਬੂਤ ਅਤੇ ਲੰਮੇ ਸਮੇਂ ਤੱਕ ਚੱਲਣ ਵਾਲੀ ਇਮਿਊਨ ਪ੍ਰਤੀਕਿਰਿਆ ਬਣਾਉਂਦੀਆਂ ਨੇ। ਤਾਂ ਬੇਸਿਕਲੀ ਸਿਮਿਲਰਲੀ ਜਿਹੜੀਆਂ ਨੈਚੁਰਲ ਇਨਫੈਕਸ਼ਨਸ ਹੁੰਦੀਆਂ ਨੇ ਉਹ ਤੋਂ ਕਿਵੇਂ ਪ੍ਰੀਵੈਂਟ ਹੋਣਾ ਹੈ, ਜਾਂ ਇਹ ਜਿਹੜੀਆਂ ਹੁੰਦੀਆਂ ਆਪਣੀ ਬੋਡੀ ਨੂੰ ਇੰਨਾ ਜ਼ਿਆਦਾ ਮਤਲਬ ਕਿ ਸਟਰੋਂਗ ਬਣਾਉਂਦੀਆਂ ਨੇ, ਇਮਿਊਨ ਸਿਸਟਮ ਨੂੰ ਇੰਨਾ ਪ੍ਰਤੀਰੋਧਕ ਬਣਾਉਂਦੀਆਂ ਨੇ ਕਿ ਉਹ ਲੜ ਸਕਣ ਤੇ ਲੰਬੇ ਸਮੇਂ ਵਾਸਤੇ ਕੀ ਕਰਦੀਆਂ ਨੇ, ਕੰਮ ਕਰਦੇ ਨੇ। ਕਿਹੜੇ ਲਾਈਵ ਵੈਕਸੀਨ ਜਿਹੜੇ ਹੁੰਦੇ ਆ ਉਹਨਾਂ ਦਾ ਜਿਹੜਾ ਅਸਰ ਹੁੰਦਾ ਲੰਬੇ ਸਮੇਂ ਤੱਕ ਰਹਿੰਦਾ ਹੈ। ਮਤਲਬ ਇਹ ਜ਼ਿਆਦਾ ਕੀ ਹੁੰਦੇ ਨੇ, ਜ਼ਿਆਦਾ ਆਪਣੇ ਵਾਸਤੇ ਲਾਭਦਾਇਕ ਹੁੰਦੇ ਨੇ। ਨੈਕਸਟ ਹੁਣ ਇਹਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਰਾਜੇ ਤੁਹਾਡੇ ਕੋਲੇ, ਇਹਦੇ ਵਿੱਚ ਜਿਵੇਂ ਤੁਹਾਡਾ ਖਸਰਾ ਹੋ ਗਿਆ, ਠੀਕ ਹੈ, ਕੰਨ, ਪੇੜੇ, ਰੂਬੇਲਾ, ਠੀਕ ਹੈ ਜੀ, ਠੀਕ ਹੈ, ਮਮਸ ਕਹਿੰਦੇ ਉਹਨੂੰ, ਰੂਬੀਲਾ ਵਾਇਰਸ ਹੁੰਦਾ, ਠੀਕ ਹੈ ਜੀ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਠੀਕ ਹੈ ਜੀ, ਰੋਟਾ ਵਾਇਰਸ ਹੋ ਗਿਆ, ਚੇਚਕ ਜਿਹਨੂੰ ਆਪਾਂ ਸਮਾਲ ਪੌਕਸ ਕਹਿ ਦਿੰਦੇ ਆ, ਚਿਕਨ ਪੌਕਸ ਨੂੰ ਵੀ ਆਪਾਂ ਚੇਚਕ ਹੀ ਕਹਿੰਦੇ ਆ, ਠੀਕ ਹੈ। ਇਹ ਛੋਟਾ ਰੂਪ ਹੁੰਦਾ ਹੈ, ਵੱਡਾ ਰੂਪ ਹੁੰਦਾ ਹੈ। ਯੈਲੋ ਫੀਵਰ, ਪੀਲਾ ਬੁਖਾਰ ਹੋ ਗਿਆ, ਇਹ ਸਾਰੇ ਕੀ ਨੇ ਤੁਹਾਡੇ ਲਾਈਵ ਵੈਕਸੀਨ ਦੇ ਵਿੱਚ ਯੂਜ਼ ਹੁੰਦੇ ਆ, ਠੀਕ ਹੈ ਜੀ। ਆ ਦੇਖੋ MMR ਦਾ ਮਤਲਬ ਹੁੰਦਾ ਹੈ, ਠੀਕ ਹੈ ਜੀ, MMR ਦਾ ਮਤਲਬ ਹੁੰਦਾ ਹੈ ਮਿਲੇਸਿਸ, ਮਮਸ ਐਂਡ ਰੂਬੀਲਾ, ਠੀਕ ਹੈ ਜੀ, ਖਸਰਾ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਨਾਂ ਵਾਸਤੇ ਇਹ ਇੱਕ ਮਿਸ਼ਰਿਤ ਟੀਕਾ, ਤਿੰਨਾਂ ਵਾਸਤੇ ਇੱਕ ਸੇਮ ਟੀਕਾ ਹੁੰਦਾ ਹੈ, ਠੀਕ ਹੈ। ਤਾਂ ਇਹ ਚੀਜ਼ਾਂ ਯਾਦ ਰੱਖਣੀਆਂ, ਕਿਹੜਾ ਲਾਈਵ ਦੇ ਵਿੱਚ ਆਉਂਦਾ, ਕਿਹੜਾ ਇਨਐਕਟੀਵੇਟ ਦੇ ਵਿੱਚ ਆਉਂਦਾ। ਨੈਕਸਟ ਇੱਕ ਮੈਂ ਖਾਸ ਜਿਹੜੀ ਹੈਗੀ ਹੈ ਕੈਟਾਗਰੀ ਉਹ ਪੜਾਉਣ ਜਾ ਰਿਹਾ, ਟੌਕਸਿਸ ਬਾਅਦ ਦੇ ਵਿੱਚ ਪੜਾਉਣਾ। ਉਹ ਅਗਲੀ ਹੈਗੀ ਆਪਣੇ ਕੋਲੇ ਮੈਸੇਂਜਰ RNA ਵੈਕਸੀਨ, ਆਲਸੋ ਕਾਲਡ, ਇਹਨੂੰ ਕਹਿ ਦਿੰਦੇ ਆ ਛੋਟਾ mRNA ਵੈਕਸੀਨ ਕਹਿੰਦੇ ਇਹਨੂੰ, ਠੀਕ ਹੈ, ਜਾਂ ਕਹਿ ਦਿੰਦੇ ਮੈਸੇਂਜਰ RNA, ਠੀਕ ਹੈ। M ਦਾ ਮਤਲਬ ਕੀ ਇੱਥੇ ਮੈਸੇਂਜਰ ਹੈ। ਹੁਣ ਬੇਸਿਕਲੀ ਇਹ ਕਾਹਦੇ ਵਾਸਤੇ ਵਰਤਿਆ ਜਾਂਦਾ ਰਾਜੇ, ਕਹਿੰਦਾ ਜਿਹੜੇ ਵਿਗਿਆਨੀ ਹੈਗੇ ਜਿਹੜੇ ਖੋਜ ਕਰ ਰਹੇ ਆ, ਟੀਕਿਆਂ ਦੇ ਉੱਪਰ ਅਧਿਐਨ ਕਰ ਰਹੇ ਆ, ਉਹਨਾਂ ਨੇ ਕਹਿੰਦੇ ਜੀ ਕੁਝ ਟੈਕਨੋਲੋਜੀ, ਇਸ ਟੈਕਨੋਲੋਜੀ ਦੀ ਵਰਤੋਂ ਕਰਕੇ, ਜਿਹੜੀ mRNA ਦੀ ਵਰਤੋਂ ਕਰਕੇ, ਜਿਹੜਾ ਪਿੱਛੇ ਜੇ ਆਪਣੇ ਕਰੋਨਾ ਆਇਆ ਸੀਗਾ 19 ਦੇ ਵਿੱਚ, ਉਹਦਾ ਟੀਕਾ ਬਣਾਉਣ ਵਾਸਤੇ ਵੀ ਕਿਹਦੀ ਵਰਤੋਂ ਕੀਤੀ ਆ, mRNA ਵੈਕਸੀਨ ਦੀ ਵਰਤੋਂ ਕੀਤੀ ਆ। ਇਸ ਚੀਜ਼ ਦੇ ਉੱਪਰ ਹੀ ਤਿਆਰ ਹੋਇਆ ਆਪਣਾ ਕਰੋਨਾ ਵਾਇਰਸ ਦਾ ਟੀਕਾ, ਇਹ ਪੁੱਛਿਆ ਤੁਹਾਨੂੰ ਜਾ ਸਕਦਾ ਹੈ। ਨੈਕਸਟ ਤੁਹਾਨੂੰ ਮੈਂ ਦੱਸਦਾ ਇਹਦੇ ਵਿੱਚ ਹੋਰ ਕੀ ਹੈ। ਕਹਿੰਦਾ ਜੀ ਜਿਹੜੇ mRNA ਟੀਕੇ ਹੁੰਦੇ, ਕਹਿੰਦਾ ਇੱਕ ਇਮਿਊਨ ਪ੍ਰਤੀਕਿਰਿਆ ਨੂੰ ਚਾਲੂ ਕਰਨ ਲਈ ਪ੍ਰੋਟੀਨ ਬਣਾਉਂਦੇ ਨੇ। ਬੇਸਿਕਲੀ ਜਿਹੜੀ ਆਪਣੀ ਇਮਿਊਨ ਸਿਸਟਮ ਹੁੰਦਾ ਉਹਨੂੰ ਸਟਰੋਂਗ ਕਰਨ ਵਾਸਤੇ ਕੀ ਬਣਾਉਂਦੇ, ਇਹ ਪ੍ਰੋਟੀਨ ਬਣਾਉਂਦੇ ਆ ਬੋਡੀ ਦੇ ਵਿੱਚ। ਕਹਿੰਦਾ ਜਿਹੜੇ mRNA ਵੈਕਸੀਨ ਆ, ਕਹਿੰਦਾ ਵੈਕਸੀਨ ਦੇ ਟੀਕਿਆਂ ਦੀ ਹੋਰ ਕਿਸਮਾਂ ਦੇ ਮੁਕਾਬਲੇ ਬਹੁਤ ਸਾਰੇ ਫਾਇਦੇ ਨੇ, ਜਿਹਦੇ ਵਿੱਚ ਕਹਿੰਦਾ ਜੀ ਛੋਟੇ ਨਿਰਮਾਣ ਸਮੇਂ ਸ਼ਾਮਲ ਹਨ ਕਿਉਂਕਿ ਇਹਨਾਂ ਵਿੱਚ ਲਾਈਵ ਵਾਇਰਸ ਨਹੀਂ ਹੁੰਦਾ। ਟੀਕਾ ਲਗਾਉਣ ਵਾਲੇ ਵਿਅਕਤੀ ਵਿੱਚ ਬਿਮਾਰੀ ਪੈਦਾ ਕਰਨ ਦਾ ਕੋਈ ਖਤਰਾ ਨਹੀਂ ਹੁੰਦਾ। ਤਾਂ ਕਹਿਣ ਦਾ ਮਤਲਬ ਇਹ ਕੀ ਕਰਦੇ ਆ, ਮਤਲਬ ਬਹੁਤ ਜਲਦੀ, ਛੋਟਾ ਟਾਈਮ, ਘੱਟ ਟਾਈਮ ਲੈਂਦੇ ਆਪਣੇ ਵਿੱਚ ਕੀ ਕਰਨ ਵਾਸਤੇ, ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ, ਠੀਕ ਹੈ ਜੀ। ਇਹਨਾਂ ਵਿੱਚ ਕੋਈ ਲਾਈਵ ਵਾਇਰਸ ਨਹੀਂ ਹੁੰਦਾ। ਹੁਣ ਕਿਉਂਕਿ ਜਿਹੜਾ ਲਾਈਵ ਵਾਇਰਸ ਹੋਊਗਾ ਉਹ ਆਪਣੀ ਬੋਡੀ ਨੂੰ ਵੀ ਇਫੈਕਟ ਕਰ ਸਕਦਾ ਹੈ। ਹੁਣ ਆਪਾਂ ਕਹਿ ਦਿੰਦੇ ਯਾਰ ਫਲਾਣੇ ਟੀਕੇ ਤੋਂ ਮੈਨੂੰ ਕੀ ਹੋ ਗਈ, ਅਲਰਜੀ ਹੋ ਗਈ, ਤਾਂ ਇਹਦੇ ਵਿੱਚ ਇਹ ਕੋਈ ਖਤਰਾ ਨਹੀਂ ਹੁੰਦਾਗਾ, ਕਿਉਂਕਿ ਜਿਹੜੇ ਲਾਈਵ ਟੀਕੇ ਹੁੰਦੇ ਉਹਦੇ ਵਿੱਚ ਉਹ ਸੇਮ ਵਾਇਰਸ ਦੇ ਹੀ ਇੱਕ ਅੰਸ਼ ਲਿਆ ਜਾਂਦਾ ਹੈ ਬਿਮਾਰੀ ਨੂੰ ਰੋਕਣ ਵਾਸਤੇ। ਪਰ ਇਹਦੇ ਵਿੱਚ ਇਦਾਂ ਦੀ ਚੀਜ਼ ਨਹੀਂ ਹੁੰਦੀ, ਇਹਦੇ ਵਿੱਚ ਇਦਾਂ ਦਾ ਕੋਈ ਖਤਰਾ ਨਹੀਂ ਹੁੰਦਾ ਬੋਡੀ ਨੂੰ। ਨੈਕਸਟ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਹੁਣ ਕਿਹੜੇ ਕਿਹੜੇ ਟੀਕੇ ਰਾਜੇ, ਇਹਦੇ ਵਿੱਚ ਮੇਨ ਕਰੋਨਾ ਵਾਇਰਸ ਦੇ ਟੀਕੇ ਆਉਂਦੇ ਆ ਇਸ ਕੈਟਾਗਰੀ ਦੇ ਵਿੱਚ, mRNA ਦੀ ਕੈਟਾਗਰੀ ਦੇ ਵਿੱਚ, ਠੀਕ ਹੈ ਜੀ, ਕਰੋਨਾ ਵਾਇਰਸ ਦਾ ਟੀਕਾ ਆਊਗਾ। ਨੈਕਸਟ ਆਪਾਂ ਗੱਲ ਕਰੀਏ ਲਾਸਟ ਜਿਹੜਾ ਆਪਣਾ ਹੈਗਾ, ਠੀਕ ਹੈ, ਉਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ। ਹੁਣ ਇਹ ਕਹਿੰਦਾ ਜੀ ਇਸ ਤੋਂ ਬਾਅਦ ਜਿਹੜਾ ਇੱਕ ਟੀਕਾ ਹੋਰ ਆ ਤੁਹਾਨੂੰ ਪੜ੍ਹਾ ਦਿੰਦਾ, ਟੌਕਸਾਈਡ ਬਾਅਦ ਚ ਪੜਾਉਂਗਾ। ਇੱਕ ਆਪਣੇ ਕੋਲੇ ਨਾ ਕੰਬਾਈਨਡ ਆ ਜਾਂਦੇ ਆ, ਸੰਯੁਕਤ ਟੀਕੇ ਆ ਜਾਂਦੇ ਆ, ਇਹ ਕਈ ਵਾਰ ਪੁੱਛ ਲੈਂਦੇ ਆ। ਇੱਕ ਹੁੰਦਾ ਸਬ ਯੂਨਿਟ ਰੀਕੋ, ਠੀਕ ਹੈ ਜੀ, ਰੈਕੋਬੀਨੇਟ, ਇੱਕ ਹੁੰਦਾ ਪੋਲੀਸੈਕਰਾਈਡ। ਇਹ ਤਿੰਨੇ ਕੀ ਹੁੰਦੇ ਰਾਜੇ, ਇੱਕ ਤਰ੍ਹਾਂ ਦੇ ਇਕੱਠੇ ਟੀਕੇ ਹੁੰਦੇ ਆ SRP ਵਾਲਾ, ਠੀਕ ਹੈ ਜੀ। ਤਾਂ ਇਹਦੇ ਬਾਰੇ ਆਪਾਂ ਥੋੜਾ ਜਿਹਾ ਪੜ੍ਹ ਲੈਂਦੇ, ਵੈਸੇ ਕਦੇ ਆਇਆ ਤਾਂ ਨਹੀਂ ਹੈਗਾ ਪਰ ਪੁੱਛਿਆ ਜਾ ਸਕਦਾ ਆਪਾਂ ਨੂੰ। ਕਹਿੰਦਾ ਜਿਹੜੇ ਸਬ ਯੂਨਿਟ ਹੋ ਗਿਆ, ਰਿਕੋਬੀਨੇਟ ਹੋ ਗਿਆ, ਪੋਲੀਸੈਕਰਾਈਡ ਹੋ ਗਿਆ, ਜਿਹੜੇ ਟੀਕੇ ਹੈਗੇ ਰਾਜੇ, ਕਹਿੰਦਾ ਜੀ ਕੀਟਾਣੂਆਂ ਦੇ ਖਾਸ ਟੁਕੜਿਆਂ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਇਸਦੇ ਪ੍ਰੋਟੀਨ, ਸ਼ੂਗਰ ਜਾਂ ਕੈਪਸਿਡ ਜੀਵਾਣੂਆਂ ਦੇ ਆਲੇ ਦੁਆਲੇ, ਠੀਕ ਹੈ। ਕਹਿੰਦਾ ਮਤਲਬ ਜਿਹੜਾ ਜੀਵਾਣੂ ਹੋਊਗਾ, ਸੂਖਮ ਜੀਵ ਹੋਊਗਾ, ਜਿਹੜਾ ਬਿਮਾਰੀ ਫੈਲਾ ਰਿਹਾ, ਉਹਦਾ ਇੱਕ ਅੰਸ਼ ਲੈ ਕੇ ਤਿਆਰ ਹੁੰਦਾ ਟੀਕਾ, ਜਾਂ ਉਹਦੇ ਆਲੇ ਦੁਆਲੇ ਜਿਹੜੇ ਟਿਸ਼ੂ ਹੁੰਦੇ ਉਹਨਾਂ ਤੋਂ ਕੀ ਲਿਆ ਜਾਂਦਾ, ਉੱਥੋਂ ਇੱਕ ਸੈਂਪਲ ਲਿਆ ਜਾਂਦਾ ਟੀਕਾ ਬਣਾਉਣ ਵਾਸਤੇ।
ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਹਿੰਦਾ ਜੀ ਇਹ ਟੀਕੇ ਕੀਟਾਣੂਆਂ ਦੇ ਸਿਰਫ ਖਾਸ ਟੁਕੜਿਆਂ ਦੀ ਵਰਤੋਂ ਕਰਦੇ ਹਨ। ਇਹ ਇੱਕ ਬਹੁਤ ਮਜ਼ਬੂਤ ਇਮਿਊਨ ਪ੍ਰਤੀਕਿਰਿਆ ਦਿੰਦੇ ਹਨ ਜੋ ਕੀਟਾਣੂਆਂ ਦੇ ਮੁੱਖ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਇਹ ਇਮਿਊਨ ਸਿਸਟਮ ਸਟਰੋਂਗ ਕਰਦੇ ਆ ਤੇ ਉਸ ਦਾ ਸੈਂਪਲ ਲੈ ਕੇ ਉਹਦੇ ਉੱਪਰ ਕੀ ਕੀਤਾ ਜਾਂਦਾ, ਉਹਨੂੰ ਨਿਸ਼ਾਨਾ ਬਣਾਇਆ ਜਾਂਦਾ ਜਿਹੜਾ ਕਿ ਜੀਵਾਣੂ ਜਾਂ ਕੀਟਾਣੂ ਆਪਣੀ ਬੋਡੀ ਦੇ ਵਿੱਚ ਕੀ ਕਰ ਰਿਹਾ, ਵਾਇਰਸ ਪੈਦਾ ਕਰ ਰਿਹਾ। ਇਸ ਤੋਂ ਇਲਾਵਾ ਕਹਿੰਦਾ ਜੀ ਇਹਨਾਂ ਦੀ ਵਰਤੋਂ ਲਗਭਗ ਹਰ ਉਸ ਵਿਅਕਤੀ ਤੇ ਕੀਤੀ ਜਾਂਦੀ ਹੈ ਜਿਸ ਨੂੰ ਇਹਨਾਂ ਦੀ ਲੋੜ ਹੁੰਦੀ ਹੈ। ਕਹਿਣ ਦਾ ਮਤਲਬ ਜਿਹਦੇ ਵਿੱਚ ਕਮਜ਼ੋਰ, ਜਿਹਦਾ ਕਿ ਵੀਕ ਇਮਿਊਨ ਸਿਸਟਮ ਹੋਊਗਾ, ਠੀਕ ਹੈ ਜੀ, ਤਾਂ ਉਹਨਾਂ ਵਾਸਤੇ ਇਹ ਚੀਜ਼ ਵਰਤੀ ਜਾਂਦੀ ਹੈ ਜਿਹੜਾ ਇਹ ਟੀਕਾ ਹੈਗਾ। ਇਸ ਤੋਂ ਇਲਾਵਾ ਹੁਣ ਇਹ ਕਿਹਦੇ ਵਾਸਤੇ ਹੁੰਦਾ ਰਾਜੇ, ਜਿਵੇਂ HIV ਵਾਸਤੇ, ਠੀਕ ਹੈ ਜੀ, ਹਿਬ ਵਾਸਤੇ, ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਹੀਮੋਫਿਲਿਸ ਐਨੀਫਿਲੂਜ਼ਾ, ਠੀਕ ਹੈ ਜੀ। ਇਸ ਤੋਂ ਇਲਾਵਾ ਹੈਪੇਟਾਈਟਿਸ B ਹੋ ਗਿਆ, ਆਪਣਾ HPV ਹੋ ਗਿਆ, ਠੀਕ ਹੈ ਜੀ ਤੁਹਾਡਾ। ਤੇ ਇਹ ਸਾਰਿਆਂ ਵਾਸਤੇ ਕੀ ਵਰਤਿਆ ਜਾਂਦਾ ਰਾਜੇ, ਇਹ ਟੀਕੇ ਵਰਤੇ ਜਾਂਦੇ ਆ। ਹੁਣ ਨੈਕਸਟ ਆਪਣਾ ਜਿਹੜਾ ਐਗਜ਼ਾਮ ਦੇ ਵਿੱਚ ਜ਼ਿਆਦਾ ਪੁੱਛਿਆ ਜਾਊਗਾ ਰਾਜੇ ਉਹ ਟੌਕਸਾਈਡ ਵੈਕਸੀਨ, ਲਾਈਵ ਹੋ ਗਿਆ, ਇਨਐਕਟੀਵੇਟਿਡ ਹੋ ਗਿਆ, ਤੇ ਆਪਣਾ ਥਰਡ ਹੋ ਗਿਆ ਟੌਕਸਾਈਡ। ਹੁਣ ਟੌਕਸਾਈਡ ਬੇਸਿਕਲੀ ਕਹਿੰਦਾ ਜੀ ਜਿਹੜਾ ਟੌਕਸਾਈਡ ਟੀਕੇ ਹੁੰਦੇ ਰਾਜੇ, ਕਹਿੰਦਾ ਵੈਕਸੀਨ ਹੁੰਦੇ ਯੂਜ਼ ਟੌਕਸਿਨ, ਠੀਕ ਹੈ, ਇੱਕ ਹਾਰਮਫੁਲ ਪ੍ਰੋਡਕਟ ਹੁੰਦਾ। ਟੌਕਸਿਨ ਕੀ ਹੁੰਦਾ, ਇੱਕ ਆਪਣੀ ਬੋਡੀ ਵਾਸਤੇ ਖਤਰਨਾਕ ਪ੍ਰੋਡਕਟ ਹੈ। ਕਹਿੰਦਾ ਮੇਡ ਬਾय द ਜਰਮਸ ਦੈਟ ਕਾਜ਼ ਦ ਡਿਜ਼ੀਜ਼, ਬੇਸਿਕਲੀ ਹਾਨੀਕਾਰਕ ਉਤਪਾਦ, ਮਤਲਬ ਕਿ ਸੇਮ ਉਸ ਵਾਇਰਸ ਤੋਂ ਬਣਾਇਆ ਜਾਂਦਾ ਟੀਕਾ, ਉਹਨੂੰ ਕਹਿੰਦੇ ਟੌਕਸਾਈਡ ਕਹਿ ਦਿੰਦੇ ਆ। ਕਹਿੰਦਾ ਜੀ they create immunity to a part of the germ that cause a disease instead of the germ itself। ਕਹਿੰਦਾ ਇਹ ਕੀਟਾਣੂਆਂ ਦੇ ਉਹਨਾਂ ਹਿੱਸਿਆਂ ਲਈ ਇੱਕ ਪ੍ਰਤੀਰੋਧਕ ਸ਼ਕਤੀ ਬਣਾਉਂਦੇ ਹਨ ਜੋ ਕੀਟਾਣੂਆਂ ਦੀ ਬਜਾਏ ਬਿਮਾਰੀ ਦਾ ਕਾਰਨ ਬਣਦੇ ਆ। ਤਾਂ ਉਹਨੂੰ ਮਤਲਬ ਕੀਟਾਣੂ ਦੀ ਜਗ੍ਹਾ ਜਿਹੜਾ ਉਹਦਾ ਕਾਰਨ ਬਣਿਆ ਬਿਮਾਰੀ ਦਾ, ਉਹਨੂੰ ਮਤਲਬ ਉਹਨੂੰ ਰੋਕਣ ਵਾਸਤੇ ਜਾਂ ਉਹਨੂੰ ਖਤਮ ਕਰਨ ਵਾਸਤੇ ਬਣਾਏ ਜਾਂਦੇ ਆ। ਹੁਣ ਇਹਦੇ ਵਿੱਚ ਕਹਿੰਦਾ ਜੀ ਡੈਟ ਮੀਨ ਦਾ ਇਮਿਊਨ ਰਿਸਪੌਂਸ ਇਜ਼ ਟਾਰਗੇਟਡ ਟੂ ਦਾ ਟੌਕਸਾਈਨ ਇੰਸਟੈਡ ਆਫ ਦਾ ਹੋਲ ਜਰਮ। ਇਹਦਾ ਮਤਲਬ ਕੀ ਹੈ ਕਿ ਪੂਰੇ ਕੀਟਾਣੂ ਨੂੰ ਮਾਰਨ ਦੀ ਬਜਾਏ ਕੀ ਕਰਦਾ, ਟੌਕਸਿਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਹੁਣ ਇਹਦੇ ਵਿੱਚ ਕਿਹੜੇ ਟੀਕੇ ਆ ਜਾਂਦੇ, ਜਿਵੇਂ ਡਾਇਫਥੀਰੀਆ ਆ ਜਾਂਦਾ, ਟੈਟਨਸ ਆ ਜਾਂਦਾ ਰਾਜੇ, ਇਹਦੇ ਵਿੱਚ ਆਉਂਦੇ ਕਿਉਂਕਿ ਟੈਟਨਸ ਖਤਰਨਾਕ ਹੁੰਦਾ ਤੇ ਉਹਦੇ ਵਾਸਤੇ ਟੌਕਸਾਈਡ ਹੀ ਯੂਜ਼ ਹੁੰਦਾ, ਠੀਕ ਹੈ ਜੀ। ਤਾਂ ਦੋ ਯਾਦ ਰੱਖਣੇ ਆ, ਡਾਇਫਥੀਰੀਆ ਤੇ ਆਪਣਾ ਟੈਟਨਸ, ਇਹਦੇ ਅੰਡਰ ਆਉਂਦੇ ਆ, ਟੌਕਸਾਈਡ ਦੇ ਅੰਡਰ ਆਉਂਦੇ ਆ। ਬਾਕੀ ਜਿਹੜੇ ਹੋਰ ਹੈਗੇ ਆ ਤੁਸੀਂ ਚਾਰਟ ਦੇਖ ਲਓ, ਜਿਹੜਾ ਮੈਂ ਤੁਹਾਨੂੰ ਚਾਰਟ ਦਿਖਾਇਆ ਇਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ। ਪਲੀਜ਼ ਇਹ ਚਾਰਟ ਨੂੰ ਜ਼ਰੂਰ ਵਾਚ ਕਰ ਲਿਓ। ਤੁਹਾਨੂੰ ਮੈਂ ਇੱਕ ਵਾਰੀ ਪਿੱਛੇ ਆ ਕੇ ਤੁਹਾਨੂੰ ਚਾਰਟ ਦਿਖਾ ਦਿੰਦਾ। ਚਾਰਟ ਦੇ ਵਿੱਚ ਇੱਕ ਵਾਰੀ ਵਾਚ ਕਰ ਲਓਗੇ ਤੁਹਾਨੂੰ ਜ਼ਿਆਦਾ ਸਮਝ ਆ ਜਾਊਗਾ, ਠੀਕ ਹੈ। ਚਾਰਟ ਜ਼ਰੂਰ ਪੜ੍ਹ ਲੈਣਾ। ਆਹ ਦੇਖੋ, ਆਹ ਚਾਰਟ ਦੇ ਵਿੱਚ ਦੇਖੋ, ਵੈਸੇ ਦੋ ਹੀ ਹੈ ਇਹਦੇ ਵਿੱਚ, ਠੀਕ ਹੈ ਜੀ, ਡਾਇਫੀਰੀਆ ਤੇ ਟੈਟਨਸ ਹੋ ਗਿਆ। ਹੁਣ ਇਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ, ਠੀਕ ਹੈ ਜੀ। ਆਹ ਹੋ ਗਿਆ ਤੁਹਾਡਾ ਸਾਰਾ, ਇਹ ਹੋ ਗਿਆ ਚਾਰਟ, ਠੀਕ ਹੈ ਜੀ, ਆਹ ਤੁਹਾਡਾ ਸਾਰਾ ਚਾਰਟ ਹੋ ਗਿਆ। ਪਲੀਜ਼ ਇਹਨੂੰ ਵਾਚ ਕਰ ਲਿਓ ਸਾਰਿਆਂ ਨੇ, ਠੀਕ ਹੈ। ਹੁਣ ਨੈਕਸਟ ਆਪਣੇ ਕੋਲ ਕੀ ਆ ਗਿਆ, ਆਪਾਂ ਕੀ ਪੜ੍ਹ ਲਿਆ, ਵੈਕਸੀਨੇਸ਼ਨ ਹੁੰਦੀ ਕੀ ਹੈ, ਕਿਹਨੇ ਇਹਦੀ ਖੋਜ ਕੀਤੀ ਸੀਗੀ, ਕਿਹਨੂੰ ਇਹਦਾ ਪਿਤਾ ਕਹਿੰਦੇ ਆ, ਕਿੰਨੇ ਤਰ੍ਹਾਂ ਦੇ ਹੁੰਦੇ ਆ ਵੀ ਤੁਹਾਨੂੰ ਪੜ੍ਹਾਤਾ, ਕਿਹੜੇ ਹੁੰਦੇ ਆ, ਕਿਵੇਂ ਕੰਮ ਕਰਦੇ ਆ, ਇਹ ਸਾਰਾ ਕੁਝ ਮੈਂ ਪੜ੍ਹਾਤਾ ਤੁਹਾਨੂੰ। ਹੁਣ ਆਪਾਂ ਨੈਕਸਟ ਕਲਾਸ ਦੇ ਵਿੱਚ ਦੇਖਦੇ ਹਾਂ, ਕੁਐਸਚਨ ਦੇਖਾਂਗੇ ਇਸ ਤੋਂ ਬਾਅਦ, ਠੀਕ ਹੈ ਜੀ। ਕੁਐਸਚਨ ਤੁਸੀਂ ਕੋਸ਼ਿਸ਼ ਕਰਿਓ, ਤੁਸੀਂ ਮੈਨੂੰ ਦੱਸਿਓ ਵੀ ਲਾਸਟ ਜਿਵੇਂ ਤੁਸੀਂ ਦੱਸਿਆ ਸਾਰਿਆਂ ਨੇ, ਠੀਕ ਹੈ, ਤਾਂ ਆਪਣਾ ਰੈਂਕ ਜ਼ਰੂਰ ਲਿਖ ਕੇ ਜਾਇਓ। ਹੁਣ ਥੋੜਾ ਜਿਹਾ ਮੈਂ ਇੱਕ ਐਕਸਟਰਾ ਪੜ੍ਹਾ ਦਿੰਦਾ, ਇੱਕ ਹੁੰਦੇ ਵਾਇਰਲ ਵੈਕਟਰ ਵੈਕਸੀਨ ਹੁੰਦੀ ਹੈ, ਠੀਕ ਹੈ ਜੀ। ਵਾਇਰਲ ਵੈਕਟਰ ਵੈਕਸੀਨ ਕੀ ਆ, ਬੇਸਿਕਲੀ ਕਹਿੰਦਾ ਜਿਹੜੇ ਦਹਾਕਿਆਂ ਤੱਕ ਜਿਹੜੇ ਵਿਗਿਆਨੀ ਹੈਗੇ ਆ ਉਹਨਾਂ ਨੇ ਕਹਿੰਦਾ ਜੀ ਵਾਇਰਲ ਵੈਕਟਰ ਵੈਕਸੀਨਾਂ ਦਾ ਅਧਿਐਨ ਕੀਤਾ, ਮਤਲਬ ਉਹਦਾ ਐਨਾਲਿਸਿਸ ਕੀਤਾ। ਕਹਿੰਦਾ ਸਮ ਵੈਕਸੀਨ ਰੀਸੈਂਟਲੀ ਯੂਜ਼ਡ ਫॉर ਦਾ ਈਬੋਲਾ। ਹੁਣ ਤੁਹਾਨੂੰ ਪਤਾ ਪਿੱਛੇ ਜੇ ਈਬੋਲਾ ਜਿਹੜਾ ਵਾਇਰਸ ਆ ਗਿਆ ਸੀਗਾ, ਠੀਕ ਹੈ ਜੀ। ਕਹਿੰਦਾ ਜੀ ਉਹ ਜਿਹੜੇ ਵੈਕਟਰ ਵਾਇਰਸਿਸ ਹੈਗੇ ਨੇ, ਵੈਕਟਰ ਵੈਕਸੀਨ ਹੈਗੇ ਨੇ, ਉਹ ਜਿਹੜੇ ਵੱਡੇ ਵਾਇਰਸ ਹੁੰਦੇ ਜਿਵੇਂ ਈਬੋਲਾ ਹੋ ਗਿਆ, ਜੀਕਾ ਹੋ ਗਿਆ, ਫਲੂ ਹੋ ਗਿਆ, HIV ਹੋ ਗਿਆ, ਉਹਨੂੰ ਰੋਕਣ ਵਾਸਤੇ ਜਾਂ ਉਹਨਾਂ ਨੂੰ ਮਤਲਬ ਜਿਹੜੀ ਛੂਤ ਦੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਦੇ ਅਧਿਐਨ ਵਾਸਤੇ ਜਾਂ ਉਹਨਾਂ ਨੂੰ ਰੋਕਣ ਵਾਸਤੇ ਅਧਿਐਨ ਹੋਇਆ ਸੀਗਾ। ਉਹਨਾਂ ਵਾਸਤੇ ਕੀ ਹੈ ਜੀ, ਵਾਇਰਲ ਵੈਕਟਰ ਵੈਕਸੀਨ ਤਿਆਰ ਕੀਤੇ ਜਾਂਦੇ ਆ। ਬੇਸਿਕਲੀ ਜਿਹੜੇ ਆ ਈਬੋਲਾ ਜਾਂ ਫਿਰ ਆਪਣੇ ਫਲੂ ਹੋ ਗਿਆ ਜਾਂ HIV ਹੋ ਗਿਆ, ਇਹ ਛੂਤ ਦੀਆਂ ਬਿਮਾਰੀਆਂ ਨੇ, ਉਹਨਾਂ ਵਾਸਤੇ ਇਹ ਟੀਕੇ ਤਿਆਰ ਹੁੰਦੇ ਆ ਵਾਇਰਲ ਵੈਕਟਰ। ਕਹਿੰਦਾ ਜੀ ਜਿਹੜਾ ਵਿਗਿਆਨੀਆਂ ਨੇ ਕਹਿੰਦਾ ਜਿਹੜਾ COVID-19 ਟੀਕਾ ਤਿਆਰ ਕੀਤਾ ਬੇਸਿਕਲੀ ਉਹ ਵੀ ਵਾਇਰਲ ਵੈਕਟਰ ਦੇ ਥਰੂ ਹੀ ਤਿਆਰ ਹੋਇਆ, ਠੀਕ ਹੈ ਜੀ। ਕਹਿੰਦਾ ਵਾਇਰਲ ਵੈਕਟਰ ਵੈਕਸੀਨ ਯੂਜ਼ ਏ ਮੋਡੀਫਾਈਡ ਵਰਜ਼ਨ ਆਫ ਅ ਡਿਫਰੈਂਟ ਵਾਇਰਸ ਐਜ਼ ਅ ਵੈਕਟਰ ਟੂ ਦਾ ਡਿਲੀਵਰ ਪ੍ਰੋਟੈਕਸ਼ਨ। ਤਾਂ ਵਾਇਰਲ ਵੈਕਟਰ ਵੈਕਸੀਨ ਕੀ ਕਰਦੇ ਰਾਜੇ, ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਵੈਕਟਰ ਦੇ ਰੂਪ ਦੇ ਵਿੱਚ, ਇੱਕ ਵੈਕਟਰ ਕੀ ਹੁੰਦਾ ਰਾਜੇ, ਵੈਕਟਰ ਹੁੰਦਾ ਇੱਕ ਤਰ੍ਹਾਂ ਦਾ ਬੈਕਟੀਰੀਆ ਦਾ ਇੱਕ ਰੂਪ ਹੁੰਦਾ ਵੈਕਟਰ, ਠੀਕ ਹੈ। ਵੈਕਟਰ ਦੇ ਰੂਪ ਵਿੱਚ ਇੱਕ ਵੱਖਰੇ ਵਾਇਰਸ ਦੇ ਇੱਕ ਸੋਧੇ ਹੋਏ ਸੰਸਕਰਣ ਦੀ ਵਰਤੋਂ ਕਰਦੇ ਆ, ਉਹਦਾ ਮਤਲਬ ਮੋਡੀਫਾਈਡ ਵਰਜ਼ਨ ਯੂਜ਼ ਕਰਦੇ ਆ, ਕਿਹਦਾ, ਬੈਕਟੀਰੀਆ ਦਾ। ਤਾਂ ਕਹਿੰਦਾ ਜੀ ਸੈਵਰਲ ਡਿਫਰੈਂਟ ਵਾਇਰਸਿਸ ਹੈਵ ਬੀਨ ਯੂਜ਼ਡ ਐਜ਼ ਅ ਵੈਕਟਰ। ਹੁਣ ਕਿਹੜੇ ਵਾਇਰਸ ਹੁੰਦੇ ਜਿਹੜੇ ਵੈਕਟਰ ਦੇ ਤੌਰ ਤੇ ਵਰਤੇ ਜਾਂਦੇ ਰਾਜੇ, ਇੱਕ ਹੁੰਦਾ ਇਨਫਲੂਐਂਜ਼ਾ, ਠੀਕ ਹੈ ਜੀ, ਵੈਸਿਕੂਲਰ, ਠੀਕ ਹੈ ਜੀ, ਸਟੈਮੋਟਾਈਟਿਸ ਵਾਇਰਸ ਹੋ ਗਿਆ, ਮੈਜਿਲਸ ਵਾਇਰਸ ਹੋ ਗਿਆ, ਐਂਡੀਨੋਵਾਇਰਸਿਸ ਹੋ ਗਿਆ। ਕਹਿੰਦਾ ਮਤਲਬ ਜਿਹੜੇ ਆਮ ਜ਼ੁਕਾਮ ਦਾ ਕਾਰਨ ਬਣਦੇ ਆ ਸਾਰੇ ਜਿਹੜੇ ਵਾਇਰਸਿਸ ਹੈਗੇ ਇਹਨੂੰ ਮਿਲਾ ਕੇ ਕੀਤਾ ਜਾਂਦਾ, ਵਾਇਰਲ ਵੈਕਟਰ ਵੈਕਸੀਨ ਤਿਆਰ ਕੀਤੇ ਜਾਂਦੇ ਆ। ਇਸ ਤੋਂ ਇਲਾਵਾ ਕਹਿੰਦਾ ਜੀ ਜਿਹੜੇ ਇਹਦੇ ਐਡੀਨੋਵਾਇਰਸਿਸ ਜਿਹੜਾ ਸੀਗਾ ਐਂਜ਼ਾਈਮ ਸੀਗਾ, ਉਹਦਾ ਧਿਆਨ ਕਰਕੇ COVID-19 ਦਾ ਟੀਕਾ ਕੀਤਾ ਗਿਆ, ਤਿਆਰ ਕੀਤਾ ਗਿਆ। ਬੇਸਿਕਲੀ ਇਹਦੇ ਵਿੱਚੋਂ ਇੱਕ ਵਾਇਰਲ ਵੈਕਟਰ ਸੀਗਾ COVID-19 ਦਾ। ਤਾਂ ਬੇਸਿਕਲੀ ਜ਼ਿਆਦਾਤਰ ਇਹ COVID-19 ਵਾਸਤੇ ਹੀ ਵਰਤਿਆ ਗਿਆ ਰਾਜੇ ਤੁਹਾਡਾ ਵਾਇਰਲ ਵੈਕਟਰ ਵੈਕਸੀਨ। ਤਾਂ ਹੁਣ ਨੈਸ਼ਨਲ ਇਮਿਊਨਾਈਜੇਸ਼ਨ ਸ਼ਡਿਊਲ,
ਹੁਣ ਇਹ ਵੀ ਤੁਸੀਂ ਪੜ੍ਹਨਾ ਬਹੁਤ ਜ਼ਰੂਰੀ ਹੈ, ਜਿਹੜਾ ਆਪਣਾ ਦੇਸ਼ ਦਾ ਜਿਹੜਾ ਹੈਗਾ ਆਪਣਾ ਜਿਹੜਾ ਇੱਕ ਚਾਰਟ ਜਿਹੜਾ WHO ਵੱਲੋਂ ਇਸ਼ੂ ਹੋਇਆ ਕਿ ਆਪਣੇ ਦੇਸ਼ ਦੇ ਵਿੱਚ ਕਿਹੜੇ ਕਿਹੜੇ ਟੀਕੇ ਲਗਾਏ ਜਾਂਦੇ ਆ। ਇਹ ਤੁਸੀਂ ਬਸ ਸਮਝਣ ਵਾਲੀ ਕੋਈ ਗੱਲ ਨਹੀਂ ਹੈਗੀ, ਯਾਦ ਹੀ ਕਰਨਾ। ਜਦੋਂ ਬੱਚੇ ਦਾ ਬਰਥ ਹੁੰਦਾ ਰਾਜੇ, ਤੁਹਾਨੂੰ ਪਤਾ ਹੀ ਹੈ, ਸਭ ਤੋਂ ਪਹਿਲਾਂ ਜਦੋਂ ਜਨਮ ਹੁੰਦਾ ਬੱਚੇ ਦਾ, ਨਾਲ ਕਿਹੜਾ ਟੀਕਾ ਲੱਗਦਾ, ਤੁਹਾਨੂੰ ਪਤਾ ਹੀ ਹੈ, BCG ਦਾ ਟੀਕਾ ਲੱਗਦਾ ਹੈ। ਇਹਦੀ ਫੁੱਲ ਫਾਰਮ ਵੀ ਯਾਦ ਰੱਖਣੀ ਹੈ ਤੁਸੀਂ, ਠੀਕ ਹੈ ਜੀ। BCG ਦਾ ਟੀਕਾ ਲੱਗਦਾ ਹੈ। ਆਪਣਾ ਜਿਹੜਾ ਪੋਲੀਓ ਵੈਕਸੀਨ ਹੁੰਦੀ ਹੈ ਔਰਲ ਮੂੰਹ ਦੇ ਵਿੱਚ ਪਾਉਂਦੇ ਜਿਹੜੀ, ਠੀਕ ਹੈ, ਪੋਲੀਓ ਦੀ ਲੱਗਦੀ ਹੈ। ਹੈਪੇਟਾਈਟਿਸ B ਲੱਗਦਾ ਹੈ। ਇਹ ਸਾਰੇ ਬਰਥ ਦੇ ਟਾਈਮ ਤੇ ਲੱਗਦੇ ਆ, ਬਿਲਕੁਲ ਜਦੋਂ ਬੱਚਾ ਜਨਮਦਾ ਹੈ, ਨਵਾਂ ਬੱਚਾ ਜੰਮਦਾ ਹੈ, ਉਹਨੂੰ ਲੱਗਦੇ ਆ, ਇਹ ਯਾਦ ਰੱਖਣਾ। ਉਸ ਤੋਂ ਬਾਅਦ ਜਦੋਂ 6 ਮਹੀਨੇ ਦਾ ਹੋ ਜਾਂਦਾ ਰਾਜੇ, ਠੀਕ ਹੈ ਜੀ, ਉਹਨੂੰ ਫਿਰ ਕੀ ਲੱਗਦਾ, ਰੋਟਾ ਵਾਇਰਸ ਲੱਗਦਾ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਉਹਨੂੰ ਕੀ ਲੱਗਦਾ ਜੀ, ਪੋਲੀਓ ਦਾ ਵੈਕਸੀਨ ਲੱਗਦਾ ਹੈ। ਕਹਿਣ ਦਾ ਮਤਲਬ ਇਹ 6 ਵੀਕ ਵਾਲੇ ਹੋ ਗਏ, ਫਿਰ 10 ਵੀਕ ਵਾਲੇ, ਫਿਰ 14, ਫਿਰ 9 ਮਹੀਨਿਆਂ ਤੋਂ 12 ਮਹੀਨੇ, ਫਿਰ 16 24 ਮਹੀਨੇ। ਇਹ ਸਾਰੇ ਤੁਸੀਂ ਕੀ ਕਰਨੇ, ਪੜ੍ਹਨੇ ਨੇ ਬਸ, ਠੀਕ ਹੈ। ਬੇਸਿਕਲੀ ਜ਼ਿਆਦਾਤਰ ਇਹ ਇੰਪੋਰਟੈਂਟ ਹੈ ਤੁਹਾਡਾ, ਬਰਥ ਵਾਸਤੇ ਕਿਹੜੇ ਕਿਹੜੇ ਲੱਗਦੇ ਆ, ਇਹ ਪੁੱਛਿਆ ਜਾਊਗਾ, ਠੀਕ ਹੈ। ਇਹ ਆਪਣਾ ਕੀ ਇੱਕ ਨੈਸ਼ਨਲ ਗਾਈਡੈਂਸ ਚਾਰਟ ਹੈ, ਜਿਹੜਾ ਹਰ ਇੱਕ ਨੂੰ ਕੀ ਕਰਨਾ ਪੈਂਦਾ, ਫੋਲੋ ਕਰਨਾ ਪੈਂਦਾ। ਨੈਕਸਟ ਹੁਣ ਤੁਹਾਨੂੰ ਮੈਂ ਕੁਐਸਚਨ ਦੱਸਦਾ ਰਾਜੇ, ਤੁਸੀਂ ਕੁਐਸਚਨ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ ਤੁਸੀਂ ਸਾਰਿਆਂ ਨੇ, ਤੁਹਾਡੇ ਕਿੰਨੇ ਕੁਐਸਚਨ ਠੀਕ ਹੋਣਗੇ। ਫਸਟ ਕੁਐਸਚਨ ਕੀ ਕਹਿ ਰਿਹਾ ਤੁਹਾਨੂੰ, ਠੀਕ ਹੈ ਜੀ। ਫਸਟ ਕੁਐਸਚਨ ਤੁਹਾਡੀ ਸਕਰੀਨ ਤੇ ਕੀ ਕਹਿੰਦਾ ਹੈ ਕਿ ਫਰੋਮ ਵਿਚ ਆਫ ਦਾ ਫੋਲੋਇੰਗ ਐਨੀਮਲ ਵਾਸ ਦਾ ਮਟੀਰੀਅਲ ਆਈਸੋਲੇਟਡ ਵਿਚ ਵਾਸ ਯੂਜ਼ਡ ਟੂ ਦਾ ਵੈਕਸੀਨੇਸ਼ਨ ਫॉर ਦਾ ਫਸਟ ਟਾਈਮ। ਪਹਿਲੀ ਵਾਰੀ ਕਿਹੜੇ ਜਾਨਵਰ ਤੋਂ ਇੱਕ ਮਟੀਰੀਅਲ ਜਾਂ ਇੱਕ ਐਂ ਕਹਿ ਸਕਦੇ ਆ ਸੈਂਪਲ ਲੈ ਕੇ ਟੀਕਾ ਤਿਆਰ ਕੀਤਾ ਗਿਆ, ਕਿਹੜਾ ਸੀਗਾ ਉਹ, ਕੈਟ ਸੀਗੀ, ਕਾਓ ਸੀਗੀ, ਪਿਗ ਸੀਗਾ, ਗੋਟ ਸੀਗੀ। ਤੁਹਾਨੂੰ ਮੈਂ ਦੱਸਿਆ ਸੀਗਾ ਕਾਓ ਪੌਕਸ ਹੈ ਨਾ, ਦੱਸਿਆ ਸੀ ਨਾ, ਤਾਂ ਆਨਸਰ ਕੀ ਆਊਗਾ ਰਾਜੇ, ਤੁਹਾਡਾ ਕਾਓ ਆ ਜਾਊਗਾ। ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਜੀ, ਕਹਿੰਦਾ ਜੀ ਵੈਕਸੀਨੇਸ਼ਨ ਵਾਸ ਇਨਵੈਂਟਡ ਬਾय, ਤਾਂ ਕਿਹੜਾ ਬੰਦਾ ਸੀਗਾ, ਤੁਹਾਨੂੰ ਮੈਂ ਦੱਸਿਆ ਹੀ ਹੋਇਆ ਰਾਜੇ, ਐਡਵਰਡ ਜੈਨਰ, ਠੀਕ ਹੈ ਜੀ। ਐਡਵਰਡ ਜੈਨਰ ਨਾਮ ਦਾ ਬੰਦਾ ਸੀਗਾ, ਤਾਂ ਰਾਈਟ ਆਨਸਰ ਕੀ ਆ ਜਾਊਗਾ ਜੀ, ਤੁਹਾਡਾ A ਆ ਜਾਊਗਾ। ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦਾ ਜੀ ਵੈਨ ਵਾਸ ਦਾ ਸਮਾਲ ਪੌਕਸ ਵਾਇਰਸ ਫਸਟ ਰਿਐਕਟੀਟਿਡ ਫਰੋਮ ਦਾ ਵਰਲਡ, ਪਹਿਲੀ ਵਾਰੀ ਕਦੋਂ ਖਤਮ ਹੋਇਆ, ਮਤਲਬ ਦੁਨੀਆ ਤੋਂ ਖਤਮ ਕਰ ਦਿੱਤਾ ਗਿਆ ਜਿਹੜਾ ਚੇਚਕ ਦੀ ਬਿਮਾਰੀ, 1990, 1960, 70 ਜਾਂ 80, ਤਾਂ ਕਦੋਂ ਹੋਇਆ ਰਾਜੇ, ਇਹ 1980 ਵਿੱਚ ਹੋਇਆ, ਠੀਕ ਹੈ। ਮਤਲਬ ਕਿ ਦੁਨੀਆ ਤੋਂ ਖਤਮ ਹੋ ਗਈ ਹੈ ਬਿਲਕੁਲ ਚੇਚਕ ਦੀ ਬਿਮਾਰੀ। ਅੱਗੇ ਆਪਾਂ ਗੱਲ ਕਰੀਏ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਐਗਜ਼ਾਮਪਲ ਆਫ ਦਾ ਲਾਈਵ ਐਟੀਨੂਏਟਿਡ ਵੈਕਸੀਨ। ਤੁਹਾਨੂੰ ਮੈਂ ਦੱਸਿਆ ਸੀਗਾ, ਪੁੱਛਿਆ ਜਾਊਗਾ ਵੀ ਲਾਈਵ ਵਿੱਚ ਕਿਹੜੇ ਆਉਂਦੇ ਆ, ਟੌਕਸਾਈਡ ਦੇ ਵਿੱਚ ਕਿਹੜੇ ਆਉਂਦੇ ਆ। ਹੁਣ ਤੁਸੀਂ ਇੱਥੋਂ ਆਇਡੈਂਟੀਫਾਈ ਕਰਨਾ, ਆਇਡੈਂਟੀਫਾਈ ਤਾਂ ਕਰ ਸਕਦੇ ਆ ਜੇ ਤੁਹਾਨੂੰ ਚਾਰਟ ਯਾਦ ਹੋਊਗਾ। ਤਾਂ ਪਹਿਲਾਂ ਆਪਾਂ ਗੱਲ ਕਰੀਏ ਟੈਟਨਸ ਵੈਕਸੀਨ, ਇੱਕ ਹੈਗਾ MMR, ਇੱਕ ਹੈਗਾ ਤੁਹਾਡਾ ਵੈਰੀਸੀਲਾ ਚਿਕਨ ਪੌਕਸ ਵੈਕਸੀਨ, ਇੱਕ ਹੈਗਾ ਇਨਫਲੂਐਂਜ਼ਾ ਵੈਕਸੀਨ। ਤੁਹਾਨੂੰ ਪਤਾ ਜਿਹੜਾ ਟੈਟਨਸ ਵੈਕਸੀਨ ਹੈਗਾ ਬੇਟੇ, ਇਹ ਬੇਸਿਕਲੀ ਕੀ ਹੈ, ਜਿਹੜਾ ਟੈਟਨਸ ਵੈਕਸੀਨ ਹੈਗਾ ਇਹ ਲਾਈਵ ਦੇ ਵਿੱਚ ਨਹੀਂ ਆਉਂਦਾ ਹੈਗਾ, ਤੁਹਾਨੂੰ ਮੈਂ ਚਾਰਟ ਭਰਾਇਆ ਹੋਇਆ, ਠੀਕ ਹੈ। ਤਾਂ ਰਾਈਟ ਆਨਸਰ ਕੀ ਬਣ ਜਾਊਗਾ, ਤੁਹਾਡਾ A ਬਣ ਜਾਊਗਾ। ਨੈਕਸਟ ਕੁਐਸਚਨ ਆ ਗਿਆ ਤੁਹਾਡਾ, which of the following vaccine does not come under the list of the mandatory or recommended vaccine that should be administered during the childhood। ਤਾਂ ਬਚਪਨ ਦੇ ਵਿੱਚ ਕਿਹੜਾ ਟੀਕਾ ਨਹੀਂ ਲਗਾਇਆ ਜਾਂਦਾ। ਹੁਣ ਜੇ ਮੈਂ ਗੱਲ ਕਰਾਂ ਤਾਂ ਦੇਖੋ ਡਾਈਫੀਰੀਆ ਹੋ ਗਿਆ, ਟੈਟਨਸ ਹੋ ਗਿਆ, ਪੈਟਰੀਸਿਸ ਹੋ ਗਿਆ, ਪੋਲੀਓ ਹੋ ਗਿਆ, MMR ਹੋ ਗਿਆ, ਠੀਕ ਹੈ, ਹੈਪੇਟਾਈਟਿਸ ਹੋ ਗਿਆ, ਇਹ ਸਾਰੇ ਲਾਏ ਜਾਂਦੇ ਆ, ਪਰ ਰੈਬੀਜ਼ ਵਾਲਾ ਨਹੀਂ ਲਾਇਆ ਜਾਂਦਾ, ਤੁਹਾਨੂੰ ਪਤਾ ਹੀ ਹੈ। ਤਾਂ ਇਹਦਾ ਆਨਸਰ ਕੀ ਹੋ ਗਿਆ, ਰੈਬੀਜ਼, E ਹੋ ਗਿਆ ਤੁਹਾਡਾ ਆਨਸਰ, ਠੀਕ ਹੈ ਜੀ, ਰੈਬੀਜ਼ ਆਊਗਾ। ਤਾਂ ਲਾਸਟ ਤੁਹਾਡੇ ਤੋਂ ਮੈਂ ਕੁਐਸਚਨ ਪੁੱਛ ਰਿਹਾ, ਤੁਸੀਂ ਇਹਦਾ ਆਨਸਰ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰਿਓ, ਜੇ ਨਹੀਂ ਪਤਾ ਹੋਊਗਾ ਤਾਂ ਅਗਲੀ ਵੀਡੀਓ 'ਚ ਦੱਸ ਦੂੰਗਾ ਮੈਂ। which of the following type of a vaccine authorized by the FDA and WHO are proven to be effective and safe against the COVID-19। ਤਾਂ COVID-19 ਦੇ ਵਾਸਤੇ ਕਿਹੜੀਆਂ ਸੁਰੱਖਿਅਤ ਸਾਬਤ ਹੋਈਆਂ ਨੇ, ਲਾਈਵ ਜਾਂ ਫਿਰ mRNA ਜਾਂ ਫਿਰ ਕੰਜਕਟਿਡ ਜਾਂ ਫਿਰ ਟੌਕਸਾਈਡ। ਤੁਸੀਂ ਮੈਨੂੰ ਆਨਸਰ ਕਰਨਾ, ਜੇ ਨਾ ਪਤਾ ਹੋਊਗਾ ਤੁਹਾਨੂੰ ਮੈਂ ਆਨਸਰ ਕਰ ਦੂੰਗਾ ਅਗਲੀ ਵੀਡੀਓ ਦੇ ਵਿੱਚ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਰਿਹਾ ਹੋਊਗਾ। MCQ ਵੀ ਤੁਹਾਨੂੰ ਵਧੀਆ ਲੱਗ ਰਹੇ ਹੋਣਗੇ, ਬਾਕੀ MCQ ਤਿਆਰ ਹੋ ਰਹੇ ਆ ਬੇਟੇ, ਜਲਦੀ ਤੁਹਾਡੇ ਸਾਹਮਣੇ ਆਉਣਗੇ, 3-4 ਦਿਨ ਦਾ ਟਾਈਮ ਦੇ ਦਿਓ ਮੈਨੂੰ, ਇਸ ਤੋਂ ਪਹਿਲਾਂ ਤੁਹਾਡੇ ਕੋਲ ਕੀ ਆ ਜਾਣਗੇ, MCQ ਬਣ ਕੇ ਆ ਜਾਣਗੇ ਅੰਗਰੇਜ਼ੀ ਪੰਜਾਬੀ ਮੀਡੀਅਮ ਦੇ ਵਿੱਚ। ਤਾਂ ਸ਼ੁਕਰੀਆ ਬੇਟੇ, ਧੰਨਵਾਦ। ਪਲੀਜ਼ ਕਲਾਸ ਨੂੰ ਜਰੂਰ ਲਾਈਕ ਕਰਕੇ ਜਾਇਓ, ਸ਼ੇਅਰ ਕਰਕੇ ਜਾਇਓ, ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਬਾਕੀ ਕੰਪਿਊਟਰ ਦੇ ਕੁਐਸਚਨ ਅੰਗਰੇਜ਼ੀ ਪੰਜਾਬੀ ਮੀਡੀਅਮ ਦੇ ਵਿੱਚ ਪੰਜਾਬ GK ਤੇ ਪੰਜਾਬੀ ਵਿਆਕਰਨ ਦੇ ਲੈਣ ਵਾਸਤੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ। ਜੇ ਤੁਸੀਂ ਲੈ ਲਿਆ ਤਾਂ ਤੁਹਾਨੂੰ ਵਧੀਆ ਲੱਗ ਰਿਹਾ ਕੰਟੈਂਟ, ਤਾਂ ਤੁਸੀਂ ਅੱਗੇ ਵੀ ਰეკਮੈਂਡ ਕਰ ਸਕਦੇ ਹੋ ਆਪਣੇ ਫਰੈਂਡਸ ਨੂੰ। ਪਲੀਜ਼ ਜਰੂਰ, ਇਹਦੇ ਨਾਲ ਮੇਰੀ ਹੈਲਪ ਹੁੰਦੀ ਹੈ ਰਾਜੇ, ਕਿਉਂਕਿ ਦੇਖੋ ਫ੍ਰੀ ਦੇ ਵਿੱਚ ਮੈਂ ਇੰਨਾ ਕੁਝ ਕਰਵਾਉਣਾ ਤੁਹਾਨੂੰ, ਤਾਂ ਥੋੜੀ ਬਹੁਤੀ ਮੈਨੂੰ ਫਾਈਨੈਂਸ਼ੀਅਲੀ ਵੀ ਹੈਲਪ ਕਰਿਆ ਕਰੋ। ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।